ਅੱਜ ਦਾ ਲੈਸਨ ਦੇਖ ਰਹੇ ਸਾਰੇ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਜਾਨੀ ਕਿ ਰਾਜਵਿੰਦਰ ਸਿੰਘ ਵੱਲੋਂ ਸਤਿ ਸ਼੍ਰੀ ਅਕਾਲ। ਵਿਦਿਆਰਥੀਓ, ਜਿਵੇਂ ਕਿ ਅਸੀਂ ਪਿਛਲੇ ਲੈਸਨ ਦੇ ਵਿੱਚ 6ਵੀਂ ਕਲਾਸ ਦਾ ਦੂਸਰਾ ਅਧਿਆਇ ਜਿਹੜਾ ਹੈ ਪੂਰਨ ਸੰਖਿਆਵਾਂ, ਉਹਦੀ ਅਸੀਂ ਸ਼ੁਰੂਆਤ ਕੀਤੀ ਸੀ। ਪੂਰਨ ਸੰਖਿਆਵਾਂ ਦੀ ਮੁੱਢਲੀ ਜਾਣਕਾਰੀ ਆਪਾਂ ਪ੍ਰਾਪਤ ਕੀਤੀ ਸੀਗੀ। ਅਭਿਆਸ 2.1 ਦੇ ਸਵਾਲ ਵੀ ਆਪਾਂ ਹੱਲ ਕੀਤੇ ਸੀਗੇ। ਤੋ ਅੱਜ ਦੇ ਇਸ ਲੈਸਨ ਵਿੱਚ ਅਸੀਂ ਪੂਰਨ ਸੰਖਿਆਵਾਂ ਦੇ ਗੁਣਾਂ ਦੀ ਚਰਚਾ ਕਰਾਂਗੇ ਅਤੇ ਇਸ ਦੇ ਨਾਲ ਸੰਬੰਧਿਤ ਅਭਿਆਸ 2.2 ਦੇ ਸਵਾਲ ਵੀ ਹੱਲ ਕਰਾਂਗੇ। ਤੋ ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਪੂਰਨ ਸੰਖਿਆਵਾਂ ਦੇ ਗੁਣ। ਜਦੋਂ ਅਸੀਂ ਪੂਰਨ ਸੰਖਿਆਵਾਂ ਉੱਤੇ ਹੋਣ ਵਾਲੀਆਂ ਅਲੱਗ-ਅਲੱਗ ਕਿਰਿਆਵਾਂ ਨੂੰ ਨੇੜੇ ਤੋਂ ਦੇਖਦੇ ਹਾਂ, ਉਹਨਾਂ ਵਿੱਚ ਅਨੇਕਾਂ ਗੁਣ ਦੇਖਣ ਨੂੰ ਮਿਲਦੇ ਹਨ। ਇਹਨਾਂ ਗੁਣਾਂ ਨਾਲ ਸਾਨੂੰ ਇਹਨਾਂ ਸੰਖਿਆਵਾਂ ਨੂੰ ਚੰਗੀ ਤਰ੍ਹਾਂ ਸਮਝਣ ਵਿੱਚ ਸਹਾਇਤਾ ਮਿਲਦੀ ਹੈ। ਨਾਲ ਹੀ ਇਹ ਗੁਣ ਕਈ ਕਿਰਿਆਵਾਂ ਨੂੰ ਆਸਾਨ ਬਣਾ ਦਿੰਦੇ ਹਨ। ਸਭ ਤੋਂ ਪਹਿਲਾਂ ਅਸੀਂ ਪੂਰਨ ਸੰਖਿਆਵਾਂ ਦੇ ਸਮਾਪਨ ਗੁਣ ਬਾਰੇ ਚਰਚਾ ਕਰਾਂਗੇ। ਇਸ ਦੇ ਅੰਤਰਗਤ ਅਸੀਂ ਕੋਈ ਵੀ ਦੋ ਪੂਰਨ ਸੰਖਿਆਵਾਂ ਲੈ ਕੇ ਉਹਨਾਂ ਦਾ ਜੋੜ ਕਰਾਂਗੇ। ਕੋਈ ਵੀ ਦੋ ਪੂਰਨ ਸੰਖਿਆਵਾਂ ਇੱਕ ਦੂਸਰੇ ਵਿੱਚ ਜੋੜੀਆਂ ਜਾਣਗੀਆਂ ਤੇ ਉਸ ਤੋਂ ਬਾਅਦ ਜੋ ਸਾਨੂੰ ਉੱਤਰ ਪ੍ਰਾਪਤ ਹੋਏਗਾ ਅਸੀਂ ਉਸ ਤੇ ਵਿਚਾਰ ਕਰਾਂਗੇ। ਠੀਕ ਹੈ, ਜਿਵੇਂ 7 ਜਮਾ 8 ਬਰਾਬਰ 15 ਹੁੰਦਾ ਹੈ ਔਰ 15 ਇੱਕ ਪੂਰਨ ਸੰਖਿਆ ਹੈ। 5 ਜਮਾ 5 ਬਰਾਬਰ 10 ਹੁੰਦਾ ਹੈ, 10 ਇੱਕ ਪੂਰਨ ਸੰਖਿਆ ਹੈ। 0 ਜਮਾ 15 ਬਰਾਬਰ 15 ਹੁੰਦਾ ਹੈ ਤੇ 15 ਇੱਕ ਪੂਰਨ ਸੰਖਿਆ ਹੈ। ਇਹਨਾਂ ਤੋਂ ਇਲਾਵਾ ਤੁਸੀਂ ਕੋਈ ਵੀ ਦੋ ਪੂਰਨ ਸੰਖਿਆਵਾਂ ਹੋਰ ਵੀ ਲੈ ਕੇ ਉਹਨਾਂ ਦਾ ਜੋੜਫਲ ਚੈੱਕ ਕਰ ਸਕਦੇ ਹੋ ਤੇ ਉੱਤਰ ਤੇ ਵਿਚਾਰ ਕਰ ਸਕਦੇ ਹੋ। ਕੀ ਤੁਹਾਨੂੰ ਪੂਰਨ ਸੰਖਿਆਵਾਂ ਦਾ ਕੋਈ ਅਜਿਹਾ ਜੋੜਾ ਮਿਲ ਸਕਦਾ ਹੈ ਜਿਸ ਦਾ ਜੋੜ ਇੱਕ ਪੂਰਨ ਸੰਖਿਆ ਨਹੀਂ ਹੈ? ਨਹੀਂ, ਅਜਿਹੀਆਂ ਕੋਈ ਦੋ ਪੂਰਨ ਸੰਖਿਆਵਾਂ ਮਿਲਣੀਆਂ ਸੰਭਵ ਨਹੀਂ ਹਨ ਜਿਨ੍ਹਾਂ ਦਾ ਜੋੜ ਇੱਕ ਪੂਰਨ ਸੰਖਿਆ ਨਾ ਹੋਵੇ। ਅਸੀਂ ਆਖਦੇ ਹਾਂ ਕਿ ਪੂਰਨ ਸੰਖਿਆਵਾਂ ਦਾ ਜੋੜ ਇੱਕ ਪੂਰਨ ਸੰਖਿਆ ਹੁੰਦੀ ਹੈ ਕਿਉਂਕਿ ਪੂਰਨ ਸੰਖਿਆਵਾਂ ਨੂੰ ਜੋੜਨ ਨਾਲ ਪੂਰਨ ਸੰਖਿਆ ਹੀ ਪ੍ਰਾਪਤ ਹੁੰਦੀ ਹੈ। ਇਸ ਲਈ ਪੂਰਨ ਸੰਖਿਆਵਾਂ ਦਾ ਸੰਗ੍ਰਹਿ ਜੋੜ ਦੇ ਅੰਤਰਗਤ ਬੰਦ ਹੁੰਦਾ ਹੈ, ਭਾਵ ਕਲੋਜ਼ਡ ਹੁੰਦਾ ਹੈ। ਇਹ ਪੂਰਨ ਸੰਖਿਆਵਾਂ ਦੇ ਜੋੜ ਦਾ ਸਮਾਪਨ ਗੁਣ ਹੈ ਜਿਸ ਨੂੰ ਅਸੀਂ ਕਲੋਜ਼ਰ ਪ੍ਰੋਪਰਟੀ ਵੀ ਕਹਿੰਦੇ ਹਾਂ। ਸੋ ਵਿਦਿਆਰਥੀਓ, ਅਸੀਂ ਦੇਖਿਆ ਕਿ ਕੋਈ ਵੀ ਦੋ ਪੂਰਨ ਸੰਖਿਆਵਾਂ ਜੇਕਰ ਅਸੀਂ ਲੈ ਲੈਂਦੇ ਹਾਂ, ਅਸੀਂ ਉਹਨਾਂ ਨੂੰ ਜੋੜਦੇ ਹਾਂ ਤਾਂ ਸਾਡੇ ਕੋਲ ਉੱਤਰ ਹਮੇਸ਼ਾ ਹੀ ਇੱਕ ਪੂਰਨ ਸੰਖਿਆ ਹੀ ਮਿਲੇਗਾ। ਇੱਦਾਂ ਕਦੇ ਵੀ ਨਹੀਂ ਹੋਏਗਾ ਕਿ ਦੋ ਪੂਰਨ ਸੰਖਿਆਵਾਂ ਦਾ ਜੋੜ ਜਿਹੜਾ ਹੈ ਉਹ ਸਾਡੇ ਕੋਲ ਪੂਰਨ ਸੰਖਿਆਵਾਂ ਤੋਂ ਇਲਾਵਾ ਕੋਈ ਹੋਰ ਸੰਖਿਆ ਕਿਸੇ ਪ੍ਰਕਾਰ ਦੀ ਬਣ ਜਾਵੇ। ਸੋ ਪੂਰਨ ਸੰਖਿਆਵਾਂ ਜੋੜ ਦੇ ਅੰਤਰਗਤ ਬੰਦ ਹੁੰਦੀਆਂ ਹਨ। ਇਸ ਤੋਂ ਬਾਅਦ ਅਸੀਂ ਜੋੜ ਤੋਂ ਬਾਅਦ ਪੂਰਨ ਸੰਖਿਆਵਾਂ ਦੀ ਗੁਣਾਂ ਤੇ ਵਿਚਾਰ ਕਰਾਂਗੇ। ਕੀ ਪੂਰਨ ਸੰਖਿਆਵਾਂ ਗੁਣਾਂ ਦੇ ਅੰਤਰਗਤ ਵੀ ਬੰਦ ਹਨ? ਤੁਸੀਂ ਇਹਨਾਂ ਦੀ ਜਾਂਚ ਕਿਵੇਂ ਕਰੋਗੇ? ਹੁਣ ਅਸੀਂ ਕੋਈ ਵੀ ਦੋ ਪੂਰਨ ਸੰਖਿਆਵਾਂ ਲਵਾਂਗੇ ਅਤੇ ਉਹਨਾਂ ਦੀ ਗੁਣਾ ਕਰਕੇ ਜੋ ਉੱਤਰ ਸਾਡੇ ਕੋਲ ਆਏਗਾ ਉਸ ਤੇ ਵਿਚਾਰ ਕਰਾਂਗੇ। ਠੀਕ ਹੈ, ਇਹਨਾਂ ਦੀ ਗੁਣਾ ਇਸ ਪ੍ਰਕਾਰ ਹੋ ਸਕਦੀ ਹੈ। 7 ਗੁਣਾ 8 ਬਰਾਬਰ 56, 56 ਇੱਕ ਪੂਰਨ ਸੰਖਿਆ ਹੈ। 5 ਗੁਣਾ 5 ਬਰਾਬਰ 25, 25 ਇੱਕ ਪੂਰਨ ਸੰਖਿਆ ਹੈ। 0 ਗੁਣਾ 15 ਬਰਾਬਰ 0, 0 ਵੀ ਇੱਕ ਪੂਰਨ ਸੰਖਿਆ ਹੈ। ਇਸੇ ਤਰ੍ਹਾਂ ਤੁਸੀਂ ਹੋਰ ਵੀ ਕੋਈ ਵੀ ਦੋ ਪੂਰਨ ਸੰਖਿਆਵਾਂ ਲੈ ਕੇ ਉਹਨਾਂ ਨੂੰ ਗੁਣਾ ਕਰੋਗੇ ਤੇ ਗੁਣਾ ਕਰਕੇ ਦੇਖੋਗੇ ਤੁਹਾਡੇ ਕੋਲ ਜੋ ਉੱਤਰ ਆਏਗਾ ਉਸ ਤੇ ਵਿਚਾਰ ਕਰੋਗੇ ਤਾਂ ਉੱਤਰ ਹਮੇਸ਼ਾ ਹੀ ਤੁਹਾਡੇ ਕੋਲ ਪੂਰਨ ਸੰਖਿਆ ਹੀ ਹੋਵੇਗਾ। ਸੋ ਅਸੀਂ ਕਹਿ ਸਕਦੇ ਹਾਂ ਦੋ ਪੂਰਨ ਸੰਖਿਆਵਾਂ ਦਾ ਗੁਣਨਫਲ ਵੀ ਇੱਕ ਪੂਰਨ ਸੰਖਿਆ ਹੁੰਦੀ ਹੈ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਪੂਰਨ ਸੰਖਿਆਵਾਂ ਦਾ ਸੰਗ੍ਰਹਿ ਗੁਣਾਂ ਦੇ ਅੰਤਰਗਤ ਬੰਦ ਹੁੰਦਾ ਹੈ, ਭਾਵ ਕਿ ਕੋਈ ਵੀ ਦੋ ਪੂਰਨ ਸੰਖਿਆਵਾਂ ਲਵਾਂਗੇ ਉਹਨਾਂ ਦੀ ਗੁਣਾ ਹਮੇਸ਼ਾ ਪੂਰਨ ਸੰਖਿਆ ਹੀ ਹੋਏਗੀ। ਸਮਾਪਨ ਕਲੋਜ਼ਰ ਗੁਣ। ਪੂਰਨ ਸੰਖਿਆਵਾਂ ਜੋੜ ਦੇ ਅਧੀਨ ਅਤੇ ਗੁਣਾਂ ਦੇ ਅਧੀਨ ਬੰਦ ਹੁੰਦੀਆਂ ਹਨ। ਪੂਰਨ ਸੰਖਿਆਵਾਂ ਦੇ ਜੋੜ ਅਤੇ ਗੁਣਾਂ ਤੋਂ ਬਾਅਦ ਹਨ ਅਸੀਂ ਪੂਰਨ ਸੰਖਿਆਵਾਂ ਦੀ ਘਟਾਓ ਦੇ ਉੱਤੇ ਵਿਚਾਰ ਕਰਾਂਗੇ। ਕੀ ਪੂਰਨ ਸੰਖਿਆਵਾਂ ਘਟਾਓ ਦੇ ਅੰਤਰਗਤ ਵੀ ਬੰਦ ਹੁੰਦੀਆਂ ਹਨ? ਨਹੀਂ, ਪੂਰਨ ਸੰਖਿਆਵਾਂ ਘਟਾਓ ਦੇ ਅੰਤਰਗਤ ਬੰਦ ਨਹੀਂ ਹੁੰਦੀਆਂ। ਕਿਉਂ? ਹੇਠਾਂ ਕੁਝ ਪ੍ਰਕਾਰ ਆਪਾਂ ਦੇਖੇ ਨੇ। ਕੁਝ ਦੋ ਪੂਰਨ ਸੰਖਿਆਵਾਂ ਲੈ ਕੇ ਉਹਨਾਂ ਦੀ ਆਪਾਂ ਘਟਾਓ ਕਰਾਂਗੇ, ਜਿੱਦਾਂ ਕਿ 6 ਘਟਾਓ 2 ਬਰਾਬਰ 4, 4 ਇੱਕ ਪੂਰਨ ਸੰਖਿਆ ਹੈ। 7 ਘਟਾਓ 8 ਕੀ ਹੋਵੇਗਾ?
ਸੋ ਬੱਚਿਓ ਅਸੀਂ ਇਹ ਤਾਂ ਪੜ੍ਹਿਆ ਹੈ ਕਿ 8 ਦੇ ਵਿੱਚੋਂ 7 ਨੂੰ ਘਟਾਇਆ ਜਾ ਸਕਦਾ ਹੈ, ਵੱਡੀ ਸੰਖਿਆ ਦੇ ਵਿੱਚੋਂ ਛੋਟੀ ਸੰਖਿਆ ਨੂੰ ਘਟਾਇਆ ਜਾ ਸਕਦਾ ਹੈ, ਪਰ 7 ਦੇ ਵਿੱਚੋਂ 8 ਕਿਵੇਂ ਅਸੀਂ ਘਟਾਵਾਂਗੇ ਇਹ ਅਸੀਂ ਅਗਲੀ ਜਮਾਤ 7ਵੀਂ ਜਮਾਤ ਦੇ ਵਿੱਚ ਸਿੱਖਾਂਗੇ। ਫਿਲਹਾਲ ਅਸੀਂ ਇਸ ਨੂੰ ਧਿਆਨ ਦੇ ਵਿੱਚ ਰੱਖਣਾ ਹੈ ਕਿ 7 ਘਟਾਓ 8 ਜਿਹੜਾ ਹੈ ਉਹ ਸਾਡੇ ਕੋਲ ਇੱਕ ਪੂਰਨ ਸੰਖਿਆ ਨਹੀਂ ਹੋ ਸਕਦੀ। ਕੋਈ ਵੀ ਪੂਰਨ ਸੰਖਿਆ ਇਹੋ ਜਿਹੀ ਨਹੀਂ ਹੈ ਜਿਹੜੀ 7 ਘਟਾਓ 8 ਦੇ ਬਰਾਬਰ ਹੋਵੇ। 5 ਘਟਾਓ 4 ਇਹ ਸਾਡੇ ਕੋਲ 1 ਦੇ ਬਰਾਬਰ ਹੈ ਜੋ ਕਿ ਇੱਕ ਪੂਰਨ ਸੰਖਿਆ ਹੈ, ਪਰ 3 ਘਟਾਓ 9 ਇਹ ਸਾਡੇ ਕੋਲ ਫਿਰ ਇਹਦਾ ਨਹੀਂ ਸਾਨੂੰ ਪਤਾ ਹੈ ਕਿ ਕਿਹੜੀ ਇਹਦਾ ਉੱਤਰ ਕੀ ਹੋ ਸਕਦਾ ਹੈ। ਪਰ ਇੱਕ ਚੀਜ਼ ਹੈ ਕਿ 3 ਘਟਾਓ 9 ਇੱਕ ਪੂਰਨ ਸੰਖਿਆ ਨਹੀਂ ਹੋ ਸਕਦੀ। ਸੋ ਅਸੀਂ ਦੇਖਿਆ ਕਿ ਕੁਝ ਪੂਰਨ ਸੰਖਿਆਵਾਂ ਇਹੋ ਜਿਹੀਆਂ ਹਨ ਜਿਨ੍ਹਾਂ ਨੂੰ ਇੱਕ ਦੇ ਵਿੱਚੋਂ ਦੂਜੀ ਘਟਾਉਣ ਤੇ ਸਾਨੂੰ ਪੂਰਨ ਸੰਖਿਆ ਪ੍ਰਾਪਤ ਹੋ ਜਾਂਦੀ ਹੈ, ਪਰ ਬਹੁਤ ਸਾਰੀਆਂ ਪੂਰਨ ਸੰਖਿਆਵਾਂ ਇਹੋ ਜਿਹੀਆਂ ਵੀ ਹਨ, ਇਹੋ ਜਿਹੇ ਪੂਰਨ ਸੰਖਿਆਵਾਂ ਦੇ ਜੋੜੇ ਵੀ ਹਨ ਜਿਨ੍ਹਾਂ ਦੇ ਵਿੱਚ ਅਸੀਂ ਇੱਕ ਸੰਖਿਆ ਨੂੰ ਦੂਜੀ ਚੋਂ ਘਟਾਉਂਦੇ ਹਾਂ ਤੇ ਸਾਨੂੰ ਉੱਤਰ ਪੂਰਨ ਸੰਖਿਆ ਨਹੀਂ ਪ੍ਰਾਪਤ ਹੁੰਦਾ। ਉਦਾਹਰਨ ਦੇ ਤੌਰ ਤੇ ਅਸੀਂ ਇੱਥੇ 7 ਘਟਾਓ 8 ਅਤੇ 3 ਘਟਾਓ 9 ਕਰਕੇ ਦੇਖੇ ਹਨ। ਸੋ ਇਸ ਲਈ ਜ਼ਰੂਰੀ ਨਹੀਂ ਹੈ ਕਿ ਦੋ ਪੂਰਨ ਸੰਖਿਆਵਾਂ ਦੀ ਘਟਾਓ ਕਰਨ ਤੇ ਸਾਡੇ ਕੋਲ ਉੱਤਰ ਪੂਰਨ ਸੰਖਿਆ ਪ੍ਰਾਪਤ ਹੋਵੇਗਾ। ਇਸ ਲਈ ਅਸੀਂ ਕਹਿੰਦੇ ਹਾਂ ਕਿ ਪੂਰਨ ਸੰਖਿਆਵਾਂ ਘਟਾਓ ਦੇ ਅੰਤਰਗਤ ਬੰਦ ਨਹੀਂ ਹੁੰਦੀਆਂ। ਇਸ ਤੋਂ ਬਾਅਦ ਅਸੀਂ ਪੂਰਨ ਸੰਖਿਆਵਾਂ ਦੀ ਭਾਗ ਜਿਹੜੀ ਉਹਦੇ ਤੇ ਵਿਚਾਰ ਕਰਾਂਗੇ। ਕੀ ਪੂਰਨ ਸੰਖਿਆਵਾਂ ਭਾਗ ਦੇ ਅੰਤਰਗਤ ਬੰਦ ਹਨ? ਨਹੀਂ। ਕਿਉਂ? ਹਾਂ, ਪੂਰਨ ਸੰਖਿਆਵਾਂ ਭਾਗ ਦੇ ਅੰਤਰਗਤ ਵੀ ਬੰਦ ਨਹੀਂ ਹੁੰਦੀਆਂ। ਉਦਾਹਰਨ ਦੇ ਤੌਰ ਤੇ ਅਸੀਂ ਦੇਖਦੇ ਹਾਂ ਜਦੋਂ 8 ਨੂੰ 4 ਨਾਲ ਭਾਗ ਕਰਾਂਗੇ ਤਾਂ ਸਾਡੇ ਕੋਲ 2 ਉੱਤਰ ਪ੍ਰਾਪਤ ਹੁੰਦਾ ਹੈ ਜੋ ਕਿ ਇੱਕ ਪੂਰਨ ਸੰਖਿਆ ਹੈ, ਪਰ ਜਦੋਂ ਅਸੀਂ 5 ਨੂੰ 7 ਨਾਲ ਭਾਗ ਕਰਦੇ ਹਾਂ ਤਾਂ ਸਾਡੇ ਕੋਲ 5/7 ਬਣ ਜਾਂਦਾ ਹੈ ਜੋ ਕਿ ਇੱਕ ਪੂਰਨ ਸੰਖਿਆ ਨਹੀਂ ਹੈ। ਇਸੇ ਤਰ੍ਹਾਂ 12 ਨੂੰ 3 ਨਾਲ ਭਾਗ ਕਰਨ ਤੇ 4 ਪ੍ਰਾਪਤ ਹੁੰਦਾ ਹੈ ਜੋ ਕਿ ਪੂਰਨ ਸੰਖਿਆ ਹੈ, ਪਰ 6 ਨੂੰ 5 ਨਾਲ ਭਾਗ ਕਰਨ ਤੇ ਸਾਡੇ ਕੋਲ 6/5 ਪ੍ਰਾਪਤ ਹੁੰਦਾ ਹੈ ਜੋ ਕਿ ਇੱਕ ਪੂਰਨ ਸੰਖਿਆ ਨਹੀਂ ਹੈ। ਸੋ ਕਹਿਣ ਦਾ ਭਾਵ ਹੈ ਕਿ ਜਦੋਂ ਵੀ ਅਸੀਂ ਕੋਈ ਦੋ ਪੂਰਨ ਸੰਖਿਆਵਾਂ ਦਾ ਦੋ ਸੰਖਿਆਵਾਂ ਦਾ ਜੋੜਾ ਲਵਾਂਗੇ ਤਾਂ ਉਹਦੇ 'ਚ ਜ਼ਰੂਰੀ ਨਹੀਂ ਹੈ ਇੱਕ ਸੰਖਿਆ ਨੂੰ ਭਾਗ ਕਰਨ ਤੇ ਦੂਜੀ ਸੰਖਿਆ ਦੇ ਨਾਲ ਸਾਨੂੰ ਪੂਰਨ ਸੰਖਿਆ ਹੀ ਪ੍ਰਾਪਤ ਹੋਵੇ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਪੂਰਨ ਸੰਖਿਆਵਾਂ ਭਾਗ ਦੇ ਅੰਤਰਗਤ ਬੰਦ ਨਹੀਂ ਹੁੰਦੀਆਂ। ਸੋ ਅਸੀਂ ਦੇਖਿਆ ਕਿ ਪੂਰਨ ਸੰਖਿਆਵਾਂ ਜੋੜ ਅਤੇ ਗੁਣਾ ਦੇ ਅੰਤਰਗਤ ਤਾਂ ਬੰਦ ਹੁੰਦੀਆਂ ਨੇ, ਭਾਵ ਦੋ ਪੂਰਨ ਸੰਖਿਆਵਾਂ ਦਾ ਜੋੜ ਜਾਂ ਗੁਣਾ ਕਰਨ ਤੇ ਸਾਨੂੰ ਪੂਰਨ ਸੰਖਿਆ ਹੀ ਪ੍ਰਾਪਤ ਹੁੰਦੀ ਹੈ, ਪਰ ਪੂਰਨ ਸੰਖਿਆਵਾਂ ਘਟਾਓ ਅਤੇ ਭਾਗ ਦੇ ਅੰਤਰਗਤ ਬੰਦ ਨਹੀਂ ਹੁੰਦੀਆਂ ਕਿਉਂਕਿ ਦੋ ਪੂਰਨ ਸੰਖਿਆਵਾਂ ਨੂੰ ਘਟਾਓ ਜਾਂ ਭਾਗ ਕਰਨ ਤੇ ਜ਼ਰੂਰੀ ਨਹੀਂ ਹੈ ਕਿ ਸਾਨੂੰ ਪੂਰਨ ਸੰਖਿਆ ਹੀ ਪ੍ਰਾਪਤ ਹੋਵੇ। ਸੋ ਪਿਆਰੇ ਵਿਦਿਆਰਥੀਓ, ਇਸ ਤੋਂ ਬਾਅਦ ਅਸੀਂ ਕਿਸੇ ਵੀ ਪੂਰਨ ਸੰਖਿਆ ਜਾਂ ਕਿਸੇ ਵੀ ਸੰਖਿਆ ਦੀ 0 ਨਾਲ ਭਾਗ ਦੇ ਉੱਤੇ ਚਰਚਾ ਕਰਾਂਗੇ। ਤਾਂ ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਭਾਗ ਦੇਣ ਦਾ ਅਰਥ ਹੁੰਦਾ ਕੀ ਹੈ। ਇੱਕ ਸੰਖਿਆ ਨਾਲ ਭਾਗ ਦੇਣ ਦਾ ਅਰਥ ਹੈ ਕਿ ਉਸ ਸੰਖਿਆ ਨੂੰ ਵਾਰ-ਵਾਰ ਘਟਾਉਣਾ। ਜਿਵੇਂ ਕਿ 8 ਨੂੰ ਜਦੋਂ ਅਸੀਂ 2 ਨਾਲ ਭਾਗ ਕਰਾਂਗੇ ਤਾਂ 8 ਭਾਗ 2 ਅਸੀਂ ਪਤਾ ਕਰਨਾ ਹੈ। ਤਾਂ ਇਹਦੇ 'ਚ ਅਸੀਂ ਕੀ ਕਰਨਾ ਹੈ, 8 ਵਿੱਚੋਂ 2 ਨੂੰ ਅਸੀਂ ਵਾਰ-ਵਾਰ ਘਟਾਉਂਦੇ ਜਾਣਾ ਹੈ। ਉਦੋਂ ਤੱਕ ਘਟਾਉਂਦੇ ਜਾਣਾ ਹੈ ਜਦੋਂ ਤੱਕ ਸਾਡੇ ਕੋਲ ਉੱਤਰ 0 ਨਹੀਂ ਪ੍ਰਾਪਤ ਹੋ ਜਾਂਦਾ। ਜਿਵੇਂ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ 8 ਦੇ ਵਿੱਚੋਂ ਜਦੋਂ ਅਸੀਂ 2 ਮਾਈਨਸ ਕਰਦੇ ਹਾਂ, 2 ਘਟਾਉਂਦੇ ਹਾਂ ਤੇ ਸਾਨੂੰ 6 ਪ੍ਰਾਪਤ ਹੁੰਦਾ ਹੈ। ਫਿਰ 6 ਦੇ ਵਿੱਚੋਂ 2 ਘਟਾਉਂਦੇ ਹਾਂ ਤੇ ਸਾਨੂੰ 4 ਪ੍ਰਾਪਤ ਹੁੰਦਾ ਹੈ। 4 ਦੇ ਵਿੱਚੋਂ 2 ਘਟਾਉਂਦੇ ਹਾਂ ਸਾਨੂੰ 2 ਪ੍ਰਾਪਤ ਹੁੰਦਾ ਹੈ ਔਰ 2 ਵਿੱਚੋਂ 2 ਘਟਾਉਣ ਤੇ ਸਾਨੂੰ 0 ਪ੍ਰਾਪਤ ਹੁੰਦੀ ਹੈ। ਸੋ ਅਸੀਂ ਇਸ ਵਿੱਚ ਦੇਖਾਂਗੇ ਕਿ ਅਸੀਂ 8 ਦੇ ਵਿੱਚੋਂ 2 ਨੂੰ ਕਿੰਨੀ ਵਾਰ ਘਟਾਇਆ ਤਾਂ ਕਿ ਸਾਡੇ ਕੋਲ ਜਿਹੜਾ ਉੱਤਰ ਹੈ ਉਹ 0 ਆ ਗਿਆ। ਤੋ 4 ਵਾਰ ਅਸੀਂ ਜਦੋਂ 8 ਦੇ ਵਿੱਚੋਂ 2 ਨੂੰ ਅਸੀਂ ਘਟਾਇਆ ਤੇ ਸਾਡੇ ਕੋਲ ਉੱਤਰ ਜਿਹੜਾ 0 ਪ੍ਰਾਪਤ ਹੁੰਦਾ ਹੈ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ 8 ਨੂੰ 2 ਨਾਲ ਭਾਗ ਕਰਨ ਤੇ ਸਾਡੇ ਕੋਲ 4 ਪ੍ਰਾਪਤ ਹੁੰਦਾ ਹੈ। ਠੀਕ। ਸੋ ਕਿੰਨੀ ਵਾਰ ਘਟਾਉਣ ਨਾਲ ਅਸੀਂ 0 ਤੱਕ ਪਹੁੰਚੇ ਹਾਂ? 4 ਵਾਰ। ਇਸ ਲਈ ਅਸੀਂ 8 ਭਾਗ 2 ਬਰਾਬਰ 4 ਕਹਿੰਦੇ ਹਾਂ। ਸੋ ਵਿਦਿਆਰਥੀਓ, ਅਸੀਂ ਦੇਖਿਆ ਕਿ ਕਿਸੇ ਵੀ ਸੰਖਿਆ ਨੂੰ ਦੂਜੀ ਸੰਖਿਆ ਦੇ ਨਾਲ ਭਾਗ ਦੇਣ ਦਾ ਭਾਵ ਹੈ ਕਿ ਦੂਜੀ ਸੰਖਿਆ ਨੂੰ ਪਹਿਲੀ ਸੰਖਿਆ ਵਿੱਚੋਂ ਅਸੀਂ ਵਾਰ-ਵਾਰ ਘਟਾਈ ਜਾਣਾ ਹੈ। ਉਦੋਂ ਤੱਕ ਘਟਾਉਣਾ ਹੈ ਜਦੋਂ ਤੱਕ ਸਾਨੂੰ 0 ਨਹੀਂ ਪ੍ਰਾਪਤ ਹੁੰਦਾ, ਔਰ ਜਿੰਨੀ ਵਾਰ ਉਹ ਸੰਖਿਆ ਸਾਨੂੰ ਪਹਿਲੀ ਸੰਖਿਆ ਦੇ ਵਿੱਚੋਂ ਦੂਜੀ ਸੰਖਿਆ ਘਟਾਉਣੀ ਪੈਂਦੀ ਹੈ ਉਨਾ ਹੀ ਸਾਡੇ ਕੋਲ ਉਸ ਦਾ ਉੱਤਰ ਹੁੰਦਾ ਹੈ। ਠੀਕ ਹੈ। ਤਾਂ ਇਸ ਤੋਂ ਬਾਅਦ ਅਸੀਂ ਇਹ ਦੇਖਾਂਗੇ ਕਿ ਕਿਸੇ ਵੀ ਸੰਖਿਆ ਨੂੰ ਜਦੋਂ 0 ਨਾਲ ਭਾਗ ਕਰਾਂਗੇ ਤਾਂ ਫਿਰ ਉਸ 'ਤੇ ਕੀ ਹੁੰਦਾ ਹੈ। ਹਾਂਜੀ ਬੱਚਿਓ, ਤਾਂ ਆਓ ਅਸੀਂ 2 ਭਾਗ 0 ਨੂੰ ਪਤਾ ਕਰਨ ਦੀ ਕੋਸ਼ਿਸ਼ ਕਰੀਏ ਕਿ 2 ਨੂੰ ਜਦੋਂ 0 ਨਾਲ ਭਾਗ ਕਰਾਂਗੇ ਤਾਂ ਸਾਡੇ ਕੋਲ ਕੀ ਉੱਤਰ ਆਏਗਾ। ਇਸ ਨੂੰ ਅਸੀਂ ਪਤਾ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਤਾਂ ਬਿਲਕੁਲ ਉਸੇ ਢੰਗ ਦੇ ਨਾਲ ਜਿਵੇਂ ਅਸੀਂ ਪਹਿਲੇ ਕੇਸ ਦੇ ਵਿੱਚ ਕੀਤਾ ਸੀ, 8 ਨੂੰ 2 ਨਾਲ ਭਾਗ ਕਰਨਾ ਸੀ ਤਾਂ ਆਪਾਂ 8 ਦੇ ਵਿੱਚੋਂ 2 ਨੂੰ ਲਗਾਤਾਰ ਘਟਾਓ ਕੀਤਾ ਸੀ। ਇਸੇ ਢੰਗ ਦੇ ਨਾਲ ਹੁਣ 2 ਨੂੰ ਅਗਰ 0 ਨਾਲ ਭਾਗ ਕਰਨਾ ਹੈ ਤਾਂ ਅਸੀਂ 2 ਦੇ ਵਿੱਚ 0 ਨੂੰ
ਘਟਾਉਂਦੇ ਜਾਵਾਂਗੇ। 2 ਦੇ ਵਿੱਚੋਂ 0 ਨੂੰ ਅਸੀਂ 19 ਵਾਰ ਘਟਾਵਾਂਗੇ, ਉਦੋਂ ਤੱਕ ਘਟਾਉਂਦੇ ਰਹਾਂਗੇ ਜਦੋਂ ਤੱਕ ਸਾਡੇ ਕੋਲ ਉੱਤਰ 0 ਨਹੀਂ ਆ ਜਾਂਦਾ। ਸੋ ਅਸੀਂ ਸਭ ਤੋਂ ਪਹਿਲਾਂ 2 ਦੇ ਵਿੱਚੋਂ 0 ਘਟਾਉਂਦੇ ਹਾਂ ਤਾਂ ਸਾਨੂੰ 2 ਪ੍ਰਾਪਤ ਹੁੰਦਾ ਹੈ, ਫਿਰ 2 ਦੇ ਵਿੱਚੋਂ 0 ਘਟਾਉਂਦੇ ਹਾਂ ਸਾਨੂੰ 2 ਪ੍ਰਾਪਤ ਹੁੰਦਾ ਹੈ, ਕਿਉਂਕਿ ਸਾਨੂੰ ਪਤਾ ਹੈ ਕਿ 0 ਇਹੋ ਜਿਹੀ ਸੰਖਿਆ, ਇਹਨੂੰ ਕਿਸੇ ਵੀ ਸੰਖਿਆ ਦੇ ਵਿੱਚੋਂ ਘਟਾਓ ਤਾਂ ਉਹੀ ਸੰਖਿਆ ਬਚਦੀ ਹੈ, ਉਹਦਾ ਵਿੱਚੋਂ ਕੁਝ ਵੀ ਘਟਦਾ ਨਹੀਂ ਹੈ। तो 2 ਦੇ ਵਿੱਚੋਂ 0 ਘਟਾਉਣ 'ਤੇ ਸਾਨੂੰ 2 ਪ੍ਰਾਪਤ ਹੋਇਆ, ਦੂਜੀ ਵਾਰ ਫਿਰ 0 ਘਟਾਉਣ 'ਤੇ ਫਿਰ 2 ਪ੍ਰਾਪਤ ਹੋਇਆ, ਫਿਰ ਘਟਾਇਆ ਅਸੀਂ 0 ਤੇ ਫਿਰ ਸਾਨੂੰ 2 ਆਇਆ, ਫਿਰ 0 ਘਟਾਇਆ ਤੇ ਫਿਰ ਸਾਡੇ ਕੋਲ 2 ਪ੍ਰਾਪਤ ਹੋਇਆ। ਹਰੇਕ ਵਾਰ ਘਟਾਉਣ ਨਾਲ ਅਸੀਂ 2 ਦੁਬਾਰਾ ਪ੍ਰਾਪਤ ਕਰਦੇ ਹਾਂ। ਕੀ ਇਹ ਪ੍ਰਕਿਰਿਆ ਕਦੇ ਖਤਮ ਹੋਵੇਗੀ? ਨਹੀਂ, ਇਹ ਪ੍ਰਕਿਰਿਆ ਕਦੇ ਵੀ ਖਤਮ ਨਹੀਂ ਹੋਵੇਗੀ। ਇਸੇ ਲਈ ਅਸੀਂ ਕਹਿੰਦੇ ਹਾਂ ਕਿ 2/0 ਪਰਿਭਾਸ਼ਿਤ ਨਹੀਂ ਹੈ। ਭਾਵ 2 ਦੇ ਵਿੱਚੋਂ ਅਸੀਂ 0 ਨੂੰ ਜਿੰਨੀ ਵਾਰ ਮਰਜ਼ੀ ਘਟਾਉਂਦੇ ਜਾਈਏ ਸਾਨੂੰ ਕਦੇ ਵੀ ਉੱਤਰ 0 ਪ੍ਰਾਪਤ ਨਹੀਂ ਹੋਏਗਾ। तो 0 ਦੇ ਨਾਲ ਅਸੀਂ ਕਿਸੇ ਵੀ ਸੰਖਿਆ ਨੂੰ ਭਾਗ ਨਹੀਂ ਕਰ ਸਕਦੇ। ਕੋਈ ਵੀ ਸੰਖਿਆ ਨੂੰ ਜਦੋਂ ਅਸੀਂ 0 ਨਾਲ ਭਾਗ ਕਰਦੇ ਹਾਂ ਤੇ ਉਹ ਚੀਜ਼ ਸਾਡੇ ਕੋਲ ਪਰਿਭਾਸ਼ਿਤ ਨਹੀਂ ਹੁੰਦੀ। ਇਸੇ ਤਰ੍ਹਾਂ 7/0 ਪਤਾ ਕਰਨ ਦੀ ਕੋਸ਼ਿਸ਼ ਕਰੀਏ, ਉਹਦੇ ਵਿੱਚ ਵੀ ਜਦੋਂ ਅਸੀਂ ਬਾਰ-ਬਾਰ 0 ਨੂੰ ਘਟਾਵਾਂਗੇ 7 ਦੇ ਵਿੱਚੋਂ ਤਾਂ ਸਾਡੇ ਕੋਲ ਉੱਤਰ ਹਮੇਸ਼ਾ 7 ਹੀ ਰਹੇਗਾ। ਠੀਕ ਹੈ ਜੀ। तो ਪੂਰਨ ਸੰਖਿਆਵਾਂ ਦਾ 0 ਨਾਲ ਭਾਗ ਪਰਿਭਾਸ਼ਿਤ ਨਹੀਂ ਹੈ। ਇਹ ਇੱਕ ਇੰਪੋਰਟੈਂਟ ਚੀਜ਼ ਹੈ ਜਿਹੜੀ ਕਿ ਤੁਸੀਂ ਨੋਟ ਕਰਨੀ ਹੈ। ਇਹ ਹਮੇਸ਼ਾ ਤੁਹਾਡੇ ਕੰਮ ਆਉਣੀ ਹੈ ਕਿ 0 ਨਾਲ ਕਿਸੇ ਵੀ ਸੰਖਿਆ ਨੂੰ ਭਾਗ ਨਹੀਂ ਕੀਤਾ ਜਾ ਸਕਦਾ। ਪਿਆਰੇ ਵਿਦਿਆਰਥੀਓ, ਇਸ ਤੋਂ ਬਾਅਦ ਅਸੀਂ ਪੂਰਨ ਸੰਖਿਆਵਾਂ ਅਧਿਆਇ ਦੇ ਵਿੱਚ ਜੋੜ ਅਤੇ ਗੁਣਨ ਦਾ ਕ੍ਰਮ ਵਟਾਂਦਰਾ ਪੜਾਂਗੇ, ਉਸ ਦੇ ਬਾਰੇ ਚਰਚਾ ਕਰਾਂਗੇ। ਠੀਕ ਹੈ। ਤੁਸੀਂ ਸਕਰੀਨ ਦੇ ਉੱਤੇ ਇੱਕ ਸੰਖਿਆ ਰੇਖਾ ਦੇਖ ਰਹੇ ਹੋ। ਸੰਖਿਆ ਰੇਖਾ ਦੇ ਵਿੱਚ ਸੰਖਿਆ 3 ਤੋਂ ਸੱਜੇ ਪਾਸੇ 5 ਵੱਲ ਨੂੰ ਅਸੀਂ 2 ਕਦਮ ਜਾਂਦੇ ਹਾਂ। 3 ਤੋਂ 2 ਕਦਮ ਸੱਜੇ ਪਾਸੇ ਜਾਣ 'ਤੇ ਸਾਨੂੰ 5 ਪ੍ਰਾਪਤ ਹੁੰਦਾ ਹੈ। ਇਸ ਦਾ ਭਾਵ ਹੈ 3 + 2 = 5। ਇਹ ਚੀਜ਼ ਆਪਾਂ ਕੱਲ੍ਹ ਵਾਲਾ ਲੈਸਨ ਸੀਗਾ ਪਹਿਲਾਂ ਵਾਲਾ, ਉਹਦੇ ਵਿੱਚ ਆਪਾਂ ਡਿਸਕਸ ਕੀਤੀ ਸੀਗੀ। ਠੀਕ ਹੈ। ਇਸੇ ਤਰ੍ਹਾਂ ਦੂਸਰੀ ਸੰਖਿਆ ਰੇਖਾ ਦੇ ਉੱਤੇ ਅਸੀਂ ਦੇਖਦੇ ਹਾਂ ਜਦੋਂ 2 ਤੋਂ ਸੱਜੇ ਪਾਸੇ ਤੁਸੀਂ 3 ਕਦਮ ਜਾਂਦੇ ਹੋ ਫਿਰ ਵੀ ਤੁਸੀਂ 5 ਤੱਕ ਪਹੁੰਚਦੇ ਹੋ। ਭਾਵ ਕਿ 2 + 3 = 5 ਹੈ। ਤੋ ਇਸ ਲਈ 3 + 2 ਅਤੇ 2 + 3 ਬਰਾਬਰ ਹਨ। ਦੋਹਾਂ ਦਾ ਉੱਤਰ 5 ਹੀ ਪ੍ਰਾਪਤ ਹੁੰਦਾ ਹੈ। ਇਸੇ ਤਰ੍ਹਾਂ ਅਸੀਂ ਦੇਖ ਸਕਦੇ ਹਾਂ ਕਿ 5 + 3 ਅਤੇ 3 + 5 ਵੀ ਬਰਾਬਰ ਹਨ। ਚਾਹੇ ਅਸੀਂ 5 ਦੇ ਵਿੱਚ 3 ਜੋੜੀਏ ਤਾਂ ਵੀ ਸਾਡੇ ਕੋਲ ਉੱਤਰ 8 ਹੀ ਪ੍ਰਾਪਤ ਹੁੰਦਾ ਹੈ, ਜਾਂ 3 ਦੇ ਵਿੱਚ 5 ਜੋੜੀਏ ਤਾਂ ਵੀ ਸਾਡੇ ਕੋਲ ਉੱਤਰ 8 ਹੀ ਪ੍ਰਾਪਤ ਹੁੰਦਾ ਹੈ। ਇਹਨਾਂ ਤੋਂ ਇਲਾਵਾ ਤੁਸੀਂ ਹੋਰ ਕੋਈ ਵੀ 2 ਪੂਰਨ ਸੰਖਿਆਵਾਂ ਲੈ ਕੇ ਤੁਸੀਂ ਚੈੱਕ ਕਰ ਸਕਦੇ ਹੋ ਕਿ ਉਹਨਾਂ ਦਾ ਜੋੜ ਕ੍ਰਮ ਬਦਲਣ ਦੇ ਨਾਲ ਵੀ ਇੱਕ ਸਮਾਨ ਹੀ ਰਹਿੰਦਾ ਹੈ। ਕੋਈ ਵੀ 2 ਪੂਰਨ ਸੰਖਿਆਵਾਂ ਤੁਹਾਨੂੰ ਅਜਿਹਾ ਜੋੜਾ ਪੂਰਨ ਸੰਖਿਆਵਾਂ ਦਾ ਨਹੀਂ ਮਿਲੇਗਾ ਜਿਸ ਵਿੱਚ ਸੰਖਿਆਵਾਂ ਨੂੰ ਜੋੜਨ ਦਾ ਕ੍ਰਮ ਬਦਲਣ ਦੇ ਨਾਲ ਜੋੜ ਅਲੱਗ-ਅਲੱਗ ਪ੍ਰਾਪਤ ਹੋਵੇ। ਸੋ ਤੁਸੀਂ 2 ਪੂਰਨ ਸੰਖਿਆਵਾਂ ਨੂੰ ਕਿਸੇ ਵੀ ਕ੍ਰਮ ਵਿੱਚ ਜੋੜ ਸਕਦੇ ਹੋ। ਇਸ ਨੂੰ ਅਸੀਂ ਕਹਿੰਦੇ ਹਾਂ ਕਿ ਪੂਰਨ ਸੰਖਿਆਵਾਂ ਲਈ ਜੋੜਫਲ ਕ੍ਰਮ ਵਟਾਉਂਦਾ ਹੈ। ਇਹ ਜੋੜਫਲ ਦਾ ਕ੍ਰਮ ਵਟਾਂਦਰਾ ਗੁਣ ਕਹਿਲਾਉਂਦਾ ਹੈ। ਇਸ ਤੋਂ ਬਾਅਦ ਅਸੀਂ ਪੂਰਨ ਸੰਖਿਆਵਾਂ ਦੀ ਗੁਣਾਂ ਦੇ ਉੱਤੇ ਵਿਚਾਰ ਕਰਾਂਗੇ ਕਿ ਗੁਣਨਫਲ ਵਿੱਚ ਕ੍ਰਮ ਵਟਾਂਦਰਾ ਗੁਣ ਹੁੰਦਾ ਹੈ। ਕੀ ਪੂਰਨ ਸੰਖਿਆਵਾਂ ਦੇ ਗੁਣਨਫਲ ਵਿੱਚ ਕ੍ਰਮ ਵਟਾਂਦਰਾ ਹੁੰਦਾ ਹੈ? ਸੰਖਿਆ 4 ਅਤੇ 5 ਨੂੰ ਅਲੱਗ-ਅਲੱਗ ਕ੍ਰਮਾਂ ਵਿੱਚ ਗੁਣਾ ਕਰੋ। ਤੁਸੀਂ ਵੇਖੋਗੇ ਕਿ 4 × 5 = 5 × 4 ਹੈ। ਠੀਕ ਹੈ ਵਿਦਿਆਰਥੀਓ। ਚਾਹੇ 4 × 5 ਕਰੋ ਤਾਂ ਵੀ ਤੁਹਾਡੇ ਕੋਲ ਉੱਤਰ 20 ਆਏਗਾ, ਚਾਹੇ 5 × 4 ਕਰੋ ਤਾਂ ਵੀ ਤੁਹਾਡੇ ਕੋਲ ਉੱਤਰ 20 ਹੀ ਪ੍ਰਾਪਤ ਹੋਵੇਗਾ। ਇਸੇ ਤਰ੍ਹਾਂ ਕੋਈ ਵੀ 2 ਪੂਰਨ ਸੰਖਿਆਵਾਂ ਲੈ ਕੇ ਤੁਸੀਂ ਇਸ ਚੀਜ਼ ਨੂੰ ਚੈੱਕ ਕਰ ਸਕਦੇ ਹੋ ਕਿ ਗੁਣਾਂ ਦਾ ਕ੍ਰਮ ਬਦਲਣ 'ਤੇ ਸਾਡੇ ਕੋਲ ਸੰਖਿਆਵਾਂ ਦਾ ਗੁਣਨਫਲ ਅਲੱਗ-ਅਲੱਗ ਪ੍ਰਾਪਤ ਨਹੀਂ ਹੁੰਦਾ, ਇੱਕੋ ਹੀ ਰਹਿੰਦਾ ਹੈ। ਤੁਸੀਂ 3 ਨੂੰ 6 ਨਾਲ ਗੁਣਾ ਕਰੋ ਤਾਂ ਵੀ 18 ਆਏਗਾ, ਤੁਸੀਂ 6 ਨੂੰ 3 ਨਾਲ ਗੁਣਾ ਕਰੋ ਤਾਂ ਵੀ ਤੁਹਾਡੇ ਕੋਲ 18 ਹੀ ਆਏਗਾ। ਤੁਸੀਂ 2 ਪੂਰਨ ਸੰਖਿਆਵਾਂ ਨੂੰ ਕਿਸੇ ਵੀ ਕ੍ਰਮ ਵਿੱਚ ਗੁਣਾ ਕਰ ਸਕਦੇ ਹੋ। ਸੋ ਅਸੀਂ ਕਹਿੰਦੇ ਹਾਂ ਕਿ ਪੂਰਨ ਸੰਖਿਆਵਾਂ ਲਈ ਗੁਣਨਫਲ ਕ੍ਰਮ ਵਟਾਉਂਦਾ ਹੈ। ਇਸ ਲਈ ਪੂਰਨ ਸੰਖਿਆਵਾਂ ਲਈ ਜੋੜਫਲ ਅਤੇ ਗੁਣਨਫਲ ਦੋਵੇਂ ਹੀ ਕ੍ਰਮ ਵਟਾਉਂਦੇ ਹਨ। ਪਰ ਇਸ ਦੇ ਨਾਲ ਹੀ ਸਾਨੂੰ ਇਹ ਵੀ ਯਾਦ ਰੱਖਣਾ ਪਏਗਾ ਕਿ ਪੂਰਨ ਸੰਖਿਆਵਾਂ ਦੇ ਲਈ ਘਟਾਓ ਅਤੇ ਭਾਗ
ਦੋਨੋਂ ਆਪਣਾ ਕ੍ਰਮ ਨਹੀਂ ਵਟਾਉਂਦੇ। ਵਿਦਿਆਰਥੀਓ, ਮੈਨੂੰ ਪੂਰੀ ਉਮੀਦ ਹੈ ਕਿ ਜੋ ਚੀਜ਼ਾਂ ਤੁਹਾਨੂੰ ਸਿਖਾਈਆਂ ਜਾ ਰਹੀਆਂ ਨੇ, ਜੋ ਤੱਤ ਤੁਹਾਨੂੰ ਦੱਸੇ ਜਾ ਰਹੇ ਨੇ, ਤੁਸੀਂ ਉਹ ਸਾਰੇ ਆਪਣੀ ਨੋਟਬੁੱਕ ਦੇ ਵਿੱਚ ਨੋਟ ਵੀ ਕਰ ਰਹੇ ਹੋ। ਤੁਸੀਂ ਇਹਨਾਂ ਨੂੰ ਯਾਦ ਵੀ ਰੱਖਣਾ ਹੈ, ਸਮਝਣਾ ਵੀ ਹੈ। ਇਹ ਤੁਹਾਡੇ ਅੱਗੇ ਹਮੇਸ਼ਾ ਗਣਿਤ ਦੇ ਵਿੱਚ ਸਹਾਈ ਹੋਣਗੇ। ਇਸ ਤੋਂ ਬਾਅਦ ਅਸੀਂ ਪੂਰਨ ਸੰਖਿਆਵਾਂ ਦੇ ਜੋੜ ਅਤੇ ਗੁਣਾਂ ਦੀ ਸਹਿਚਾਰਤਾ ਉੱਤੇ ਗੱਲ ਕਰਾਂਗੇ। ਠੀਕ ਹੈ, ਹੇਠਾਂ ਦਿੱਤੇ ਚਿੱਤਰ ਵੇਖੋ। ਸਭ ਤੋਂ ਪਹਿਲਾਂ ਇਹ ਪਾਰਟ ਜਿਹੜਾ ਸਾਡੇ ਕੋਲ ਹੈ, ਇਹਦੇ ਵਿੱਚ ਕੀ ਹੈ, 2 ਜਮਾ 3 ਨੂੰ ਬ੍ਰੈਕਟ ਵਿੱਚ ਰੱਖਿਆ ਗਿਆ ਹੈ, ਨਾਲ ਜਮਾ 4 ਹੈ। ਤੋਂ ਬਰਾਬਰ 2 ਅਤੇ 3 ਨੂੰ ਬ੍ਰੈਕਟ ਵਿੱਚ ਰੱਖਣ ਦਾ ਮਤਲਬ ਹੈ ਕਿ ਅਸੀਂ ਪਹਿਲਾਂ 2 ਅਤੇ 3 ਨੂੰ ਜੋੜਾਂਗੇ, ਜੋ ਸਾਨੂੰ ਉੱਤਰ ਪ੍ਰਾਪਤ ਹੋਏਗਾ ਉਹਦੇ ਵਿੱਚ ਫਿਰ ਅਸੀਂ 4 ਜੋੜਾਂਗੇ। ਤੋਂ 3 ਅਤੇ 2 ਨੂੰ ਜਦੋਂ ਅਸੀਂ ਜੋੜਦੇ ਹਾਂ ਤਾਂ ਸਾਡੇ ਕੋਲ 5 ਪ੍ਰਾਪਤ ਹੁੰਦਾ ਹੈ। ਫਿਰ 5 ਦੇ ਵਿੱਚ ਜਦੋਂ 4 ਜੋੜਦੇ ਹਾਂ ਤਾਂ ਸਾਨੂੰ 9 ਪ੍ਰਾਪਤ ਹੁੰਦਾ ਹੈ। ਇਸੇ ਤਰ੍ਹਾਂ B ਭਾਗ ਦੇ ਵਿੱਚ ਅਸੀਂ ਦੇਖਦੇ ਹਾਂ 2 ਜਮਾ 3 ਜਮਾ 4, ਇਹਦੇ ਵਿੱਚ ਵੀ ਉਹੀ 3 ਸੰਖਿਆਵਾਂ ਜੋੜੀਆਂ ਨੇ, ਪਰ ਕੀ ਪਹਿਲਾਂ ਦੇ ਨਾਲੋਂ ਕੀ ਫਰਕ ਹੈ? ਇਸ ਵਾਰ 3 ਜਮਾ 4 ਨੂੰ ਬ੍ਰੈਕਟ ਵਿੱਚ ਰੱਖਿਆ ਗਿਆ ਹੈ। ਇਸ ਦਾ ਭਾਵ ਹੈ ਕਿ ਅਸੀਂ ਪਹਿਲਾਂ 3 ਅਤੇ 4 ਨੂੰ ਜੋੜਾਂਗੇ, ਜੋ ਉੱਤਰ ਪ੍ਰਾਪਤ ਹੋਏਗਾ ਫਿਰ ਉਸ ਵਿੱਚ ਆਪਾਂ 2 ਨੂੰ ਜੋੜਾਂਗੇ। ਠੀਕ ਹੈ, ਤੋਂ 2 ਜਮਾ 3 ਜਮਾ 4 ਜੋੜ ਕੇ ਸਾਡੇ ਕੋਲ 7 ਬਣ ਜਾਂਦਾ ਹੈ। ਤੋਂ 2 ਜਮਾ 7 ਬਰਾਬਰ 9 ਬਣ ਜਾਂਦਾ ਹੈ। ਤੋਂ ਇਸ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਜਦੋਂ 3 ਪੂਰਨ ਸੰਖਿਆਵਾਂ ਨੂੰ ਅਸੀਂ ਜੋੜਦੇ ਹਾਂ ਤਾਂ ਅਸੀਂ ਜ਼ਰੂਰੀ ਨਹੀਂ ਹੈ ਕਿ ਪਹਿਲੀਆਂ 2 ਸੰਖਿਆਵਾਂ ਨੂੰ ਪਹਿਲਾਂ ਜੋੜਨਾ ਹੈ। ਅਸੀਂ ਦੂਜੀ ਤੇ ਤੀਜੀ ਸੰਖਿਆ ਨੂੰ ਵੀ ਪਹਿਲਾਂ ਜੋੜ ਸਕਦੇ ਹਾਂ, ਤਾਂ ਵੀ ਸਾਡੇ ਕੋਲ ਜੋੜਫਲ ਇੱਕੋ ਜਿਹਾ ਹੀ ਰਹਿੰਦਾ ਹੈ। ਇਹਨਾਂ ਦੇ ਸਾਹਮਣੇ ਸਾਨੂੰ ਚਿੱਤਰ ਦੇ ਰੂਪ ਵਿੱਚ ਵੀ ਦਰਸਾਇਆ ਗਿਆ ਹੈ ਕਿ 5 ਬਿੰਦੀਆਂ ਜਮਾ 4 ਬਿੰਦੀਆਂ, ਕੁੱਲ ਸਾਡੇ ਕੋਲ ਇਹ 9 ਬਿੰਦੀਆਂ ਬਣ ਜਾਂਦੀਆਂ ਹਨ। ਔਰ ਨੀਚੇ ਭਾਵੇਂ 2 ਬਿੰਦੀਆਂ ਅਲੱਗ ਹਨ, ਬਾਕੀ 7 ਬਿੰਦੀਆਂ ਹਨ, ਤੇ 7 ਤੇ 2 ਇਹ ਵੀ ਸਾਡੇ ਕੋਲ ਕੁੱਲ 9 ਬਿੰਦੀਆਂ ਬਣ ਜਾਂਦੀਆਂ ਹਨ। ਇਸ ਤੋਂ ਬਾਅਦ ਅਸੀਂ ਇੱਕ ਹੋਰ ਉਦਾਹਰਨ ਦੇ ਨਾਲ ਦੇਖਦੇ ਹਾਂ। 5 ਜਮਾ 7 ਨੂੰ ਬ੍ਰੈਕਟ ਵਿੱਚ ਰੱਖਿਆ ਹੈ, ਜਮਾ 3 ਬਰਾਬਰ ਇਹ ਸਾਡੇ ਕੋਲ 7 5 12 ਹੋ ਜਾਣਗੇ। 12 ਦੇ ਵਿੱਚ ਫਿਰ 3 ਜੋੜਾਂਗੇ ਤਾਂ ਸਾਡੇ ਕੋਲ 15 ਪ੍ਰਾਪਤ ਹੁੰਦਾ ਹੈ। ਅਤੇ 5 ਜਮਾ 7 ਜਮਾ 3, ਹੁਣ 7 ਅਤੇ 3 ਨੂੰ ਬ੍ਰੈਕਟ ਵਿੱਚ ਰੱਖ ਕੇ ਅਸੀਂ ਇਹਨਾਂ ਨੂੰ ਪਹਿਲਾਂ ਬ੍ਰੈਕਟ ਵਿੱਚ ਜੋੜਾਂਗੇ, ਤੇ 7 ਜਮਾ 3 ਸਾਡੇ ਕੋਲ 10 ਪ੍ਰਾਪਤ ਹੋਏਗਾ। ਫਿਰ ਅਸੀਂ 10 ਨੂੰ 5 ਵਿੱਚ ਜੋੜਦੇ ਹਾਂ ਤਾਂ ਵੀ ਸਾਡੇ ਕੋਲ 15 ਪ੍ਰਾਪਤ ਹੁੰਦਾ ਹੈ। ਠੀਕ ਹੈ, ਤੋਂ ਇਹ ਪੂਰਨ ਸੰਖਿਆਵਾਂ ਦੇ ਜੋੜ ਦਾ ਸਹਿਚਾਰਤਾ ਗੁਣ ਕਹਿਲਾਉਂਦਾ ਹੈ। ਇਹਨੂੰ ਅਸੀਂ ਐਸੋਸੀਏਟਿਵ ਪ੍ਰੋਪਰਟੀ ਆਫ ਹੋਲ ਨੰਬਰਸ ਵੀ ਕਹਿੰਦੇ ਹਾਂ। ਸੋ ਵਿਦਿਆਰਥੀਓ, ਇਸੇ ਤਰ੍ਹਾਂ ਅਸੀਂ ਦੇਖ ਸਕਦੇ ਹਾਂ ਕਿ 3 ਗੁਣਾ 5 ਗੁਣਾ 4 ਬਰਾਬਰ 3 ਗੁਣਾ 5 ਗੁਣਾ 4 ਹੈ। ਦੋਨਾਂ ਦੇ ਵਿੱਚ ਖੱਬੇ ਪਾਸੇ ਪਹਿਲਾਂ 5 ਅਤੇ 3 ਨੂੰ ਗੁਣਾ ਕਰਾਂਗੇ, ਸੱਜੇ ਪਾਸੇ 5 ਅਤੇ 4 ਨੂੰ ਪਹਿਲਾਂ ਗੁਣਾ ਕਰਾਂਗੇ। ਦੋਨੋਂ ਕੇਸਿਸ ਦੇ ਵਿੱਚ ਸਾਡੇ ਕੋਲ ਜਿਹੜਾ ਉੱਤਰ ਹੈ ਉਹ ਇੱਕ ਸਮਾਨ ਹੀ ਰਹੇਗਾ। ਖੱਬੇ ਪਾਸੇ 5 ਗੁਣਾ 3 15, 15 ਚੌਕਾ 60 ਬਣੇਗਾ, ਔਰ ਸੱਜੇ ਪਾਸੇ 5 ਗੁਣਾ 4 20, ਔਰ 20 ਤੀਆ 60 ਬਣੇਗਾ। ਠੀਕ ਹੈ, ਸੋ ਇਸ ਤਰ੍ਹਾਂ ਅਸੀਂ ਦੇਖਿਆ ਕਿ ਪੂਰਨ ਸੰਖਿਆਵਾਂ ਗੁਣਾਂ ਦੇ ਵਿੱਚ ਵੀ ਸਹਿਚਰ ਹੁੰਦੀਆਂ ਹਨ। ਇਹ ਪੂਰਨ ਸੰਖਿਆਵਾਂ ਦੇ ਗੁਣਨ ਦਾ ਸਹਿਚਾਰਤਾ ਗੁਣ ਕਹਿਲਾਉਂਦਾ ਹੈ। ਸੋ ਪਿਆਰੇ ਵਿਦਿਆਰਥੀਓ, ਅਸੀਂ ਸਿੱਖਿਆ ਹੈ ਕਿ ਪੂਰਨ ਸੰਖਿਆਵਾਂ ਵਿੱਚ ਜੋੜ ਅਤੇ ਗੁਣਾਂ ਲਈ ਸਹਿਚਾਰਤਾ ਗੁਣ ਲਾਗੂ ਹੁੰਦਾ ਹੈ, ਪਰ ਇਸ ਦੇ ਨਾਲ ਹੀ ਅਸੀਂ ਇਹ ਵੀ ਯਾਦ ਰੱਖਣਾ ਹੈ ਕਿ ਭਾਗ ਅਤੇ ਘਟਾਓ ਦੇ ਲਈ ਪੂਰਨ ਸੰਖਿਆਵਾਂ ਵਿੱਚ ਸਹਿਚਾਰਤਾ ਗੁਣ ਲਾਗੂ ਨਹੀਂ ਹੁੰਦਾ। ਪਿਆਰੇ ਵਿਦਿਆਰਥੀਓ, ਇਸ ਤੋਂ ਬਾਅਦ ਹੁਣ ਅਸੀਂ ਜੋੜ ਉੱਪਰ ਗੁਣਾਂ ਦਾ ਵਿਤਰਣ ਦੇਖਾਂਗੇ। ਇਹਦੇ ਲਈ ਅਸੀਂ ਇੱਕ ਉਦਾਹਰਨ ਲਵਾਂਗੇ। ਸੋ ਇਹਦੇ ਲਈ ਅਸੀਂ ਉਦਾਹਰਨ ਲੈ ਰਹੇ ਹਾਂ 6 ਗੁਣਾ 5 ਜਮਾ 3। 5 ਜਮਾ 3 ਨੂੰ ਅਸੀਂ ਬ੍ਰੈਕਟ ਦੇ ਵਿੱਚ ਰੱਖਿਆ ਹੈ, 6 ਗੁਣਾ 5 ਜਮਾ 6 ਗੁਣਾ 3। ਸੋ ਵਿਦਿਆਰਥੀਓ, ਜੇਕਰ ਅਸੀਂ ਉੱਪਰ ਵਾਲੇ ਕੇਸ ਵਿੱਚ ਆਪਾਂ ਦੇਖੀਏ ਤਾਂ ਇਹਦੇ ਵਿੱਚ ਬ੍ਰੈਕਟ ਨੂੰ ਅਸੀਂ ਪਹਿਲਾਂ ਹੱਲ ਕਰਾਂਗੇ। 5 ਜਮਾ 3 ਸਾਡੇ ਕੋਲ 8 ਹੁੰਦੇ ਨੇ, ਤਾਂ 6 ਇਸੇ ਤਰ੍ਹਾਂ ਰਹੇਗਾ। 6 ਗੁਣਾ 5 ਜਮਾ 3 ਸਾਡੇ ਕੋਲ 8 ਹੋ ਜਾਣਗੇ, ਔਰ 8 ਨੂੰ 6 ਨਾਲ ਗੁਣਾ ਕਰਨ ਤੇ ਸਾਨੂੰ ਪਤਾ ਹੈ ਕਿ 48 ਪ੍ਰਾਪਤ ਹੁੰਦਾ ਹੈ। ਦੂਜੇ ਕੇਸ ਦੇ ਵਿੱਚ ਅਗਰ ਅਸੀਂ ਦੇਖੀਏ ਤਾਂ ਇਹਦੇ 'ਚ 6 ਤੇ 5 ਨੂੰ ਅਸੀਂ ਪਹਿਲਾਂ ਗੁਣਾ ਕਰਾਂਗੇ, ਫਿਰ 6 ਤੇ 3 ਨੂੰ ਗੁਣਾ ਕਰਾਂਗੇ। ਜੋ ਦੋਨੋਂ ਉੱਤਰ ਸਾਨੂੰ ਪ੍ਰਾਪਤ ਹੋਣਗੇ ਫਿਰ ਅਸੀਂ ਉਹਨਾਂ ਦੋਨਾਂ ਨੂੰ ਜੋੜ ਦਿਆਂਗੇ। ਠੀਕ ਹੈ ਵਿਦਿਆਰਥੀਓ, ਤਾਂ 6 ਗੁਣਾ 5 ਸਾਡੇ ਕੋਲ ਹੁੰਦਾ 30। ਇਸ ਤੋਂ ਬਾਅਦ 6 ਤੀਆ ਸਾਡੇ ਕੋਲ ਕਿੰਨਾ ਹੁੰਦਾ ਹੈ 18। ਤਾਂ 30 ਤੇ 18 ਇਹ ਜਿਹੜਾ ਟੋਟਲ ਹੈ ਸਾਡੇ ਕੋਲ ਇਹ 48 ਭਾਵ 48 ਬਣ ਜਾਂਦਾ ਹੈ। ਤਾਂ ਅਸੀਂ ਇਹ ਦੋਨੋਂ ਕੇਸਿਸ ਦੇ ਵਿੱਚ ਦੇਖਿਆ ਕਿ ਪਹਿਲੇ ਕੇਸ ਦੇ ਵਿੱਚ ਵੀ ਸਾਡੇ ਕੋਲ ਉੱਤਰ ਜੋ ਸੀ ਉਹ ਸਾਨੂੰ 48 ਪ੍ਰਾਪਤ ਹੋਇਆ ਸੀ 48। ਦੂਸਰੇ ਕੇਸ ਵਿੱਚ ਵੀ ਸਾਨੂੰ ਜਿਹੜਾ ਉੱਤਰ ਹੈ ਉਹ 48 ਹੀ ਪ੍ਰਾਪਤ ਹੋਇਆ। ਭਾਵ ਕਿ ਅਸੀਂ ਕਹਿ ਸਕਦੇ ਹਾਂ ਕਿ 6 ਗੁਣਾ 5 ਜਮਾ 3
ਬਰਾਬਰ ਹੈ 6 ਗੁਣਾ 5 ਜਮਾ 6 ਗੁਣਾ 3 ਦੇ। ਠੀਕ ਹੈ, ਇਸ ਨੂੰ ਅਸੀਂ ਗੁਣਾ ਦਾ ਜਮਾ ਦੇ ਉੱਤੇ ਜੋੜ ਦੇ ਉੱਤੇ ਵਿਤਰਣ ਬੋਲਦੇ ਹਾਂ, ਡਿਸਟ੍ਰੀਬਿਊਸ਼ਨ ਆਫ ਮਲਟੀਪਲੀਕੇਸ਼ਨ ਓਵਰ ਐਡੀਸ਼ਨ। ਠੀਕ ਹੈ, ਭਾਵ ਹੈ 6 ਸਾਡੇ ਕੋਲ ਗੁਣਾ ਹੋ ਰਿਹਾ ਸੀ 5 ਅਤੇ 3 ਦੇ ਜੋੜ ਦੇ ਨਾਲ। ਤੋ 6 ਨੂੰ ਅਸੀਂ ਚਾਹੇ ਇਹਨਾਂ ਦੋਨਾਂ ਨੂੰ ਪਹਿਲਾਂ ਜੋੜ ਕੇ ਫਿਰ ਅਸੀਂ 6 ਨਾਲ ਗੁਣਾ ਕਰ ਦਈਏ, ਜਾਂ ਫਿਰ 6 ਨੂੰ ਪਹਿਲਾਂ ਅਸੀਂ 5 ਨਾਲ ਗੁਣਾ ਕਰੀਏ, ਫਿਰ ਅਸੀਂ 6 ਨੂੰ 3 ਨਾਲ ਗੁਣਾ ਕਰੀਏ, ਤੇ ਜੋ ਸਾਡੇ ਕੋਲ ਉੱਤਰ ਪ੍ਰਾਪਤ ਹੁੰਦਾ ਹੈ ਉਹਨਾਂ ਦੋਨਾਂ ਨੂੰ ਜੋੜੀਏ ਤਾਂ ਵੀ ਸਾਡੇ ਕੋਲ 48 ਪ੍ਰਾਪਤ ਹੁੰਦਾ ਹੈ। ਠੀਕ ਹੈ ਵਿਦਿਆਰਥੀਓ, ਤੇ ਇਹ ਚੀਜ਼ ਤੁਸੀਂ ਬਹੁਤ ਚੰਗੀ ਤਰ੍ਹਾਂ ਆਪਣੇ ਦਿਮਾਗ ਵਿੱਚ ਯਾਦ ਰੱਖਣੀ ਹੈ ਕਿ ਅਗਰ ਦੋ ਸੰਖਿਆਵਾਂ ਦਾ ਜੋੜ ਹੋ ਰਿਹਾ ਹੈ ਔਰ ਬ੍ਰੈਕਟ ਦੇ ਵਿੱਚ ਬਾਹਰ ਅਸੀਂ 6 ਨੂੰ ਜਾਂ ਕਿਸੇ ਹੋਰ ਸੰਖਿਆ ਦੇ ਨਾਲ ਗੁਣਾ ਕਰਦੇ ਹਾਂ ਤਾਂ ਉਹ ਸੰਖਿਆ ਕੱਲੀ ਸੰਖਿਆ ਦੇ ਨਾਲ ਵੀ ਗੁਣਾ ਕੀਤੀ ਜਾ ਸਕਦੀ ਹੈ ਤੇ ਪ੍ਰਾਪਤ ਉੱਤਰ ਨੂੰ ਆਪਸ ਵਿੱਚ ਜੋੜਿਆ ਜਾ ਸਕਦਾ ਹੈ। ਇਸ ਤੋਂ ਉਲਟ ਵੀ ਅਸੀਂ ਯਾਦ ਰੱਖਣਾ ਹੈ ਕਿ ਸਾਡੇ ਕੋਲ ਇੱਕ ਇਹ ਵਾਲਾ ਪਦ ਹੈ ਔਰ ਇੱਕ ਇਹ ਵਾਲਾ ਪਦ ਹੈ, ਇਹਦੇ ਵਿੱਚ 6 5 ਨਾਲ ਗੁਣਾ ਹੋ ਰਿਹਾ, ਇਹਦੇ ਵਿੱਚ 6 3 ਨਾਲ ਗੁਣਾ ਹੋ ਗਿਆ, ਤਾਂ ਦੋਨਾਂ ਨਾਲ ਗੁਣਾ ਕਰਨ ਦੀ ਬਜਾਏ ਅਸੀਂ 6 ਨੂੰ ਪਹਿਲਾਂ ਕਾਮਨ ਬਾਹਰ ਵੀ ਲਿਖ ਸਕਦੇ ਹਾਂ ਔਰ ਪਹਿਲਾਂ 5 ਅਤੇ 3 ਨੂੰ ਆਪਸ ਵਿੱਚ ਜੋੜ ਸਕਦੇ ਹਾਂ, ਤਾਂ ਜੋੜਨ ਤੋਂ ਬਾਅਦ 6 ਦੇ ਨਾਲ ਗੁਣਾ ਕੀਤਾ ਜਾ ਸਕਦਾ ਹੈ, ਤਾਂ ਵੀ ਸਾਡੇ ਕੋਲ ਉਹੀ ਉੱਤਰ ਪ੍ਰਾਪਤ ਹੋਏਗਾ ਜੋ ਸਾਡੇ ਕੋਲ ਪਹਿਲੇ ਕੇਸ ਦੇ ਵਿੱਚ ਪ੍ਰਾਪਤ ਹੁੰਦਾ ਹੈ। ਠੀਕ ਹੈ ਵਿਦਿਆਰਥੀਓ, ਇਸ ਨੂੰ ਜੋੜ ਉੱਪਰ ਗੁਣਾ ਦਾ ਵਿਤਰਣ ਜਾਂ ਵੰਡਕਾਰੀ ਗੁਣ ਕਿਹਾ ਜਾਂਦਾ ਹੈ, ਡਿਸਟ੍ਰੀਬਿਊਟਿਵ ਪ੍ਰੋਪਰਟੀ ਆਫ ਮਲਟੀਪਲੀਕੇਸ਼ਨ ਓਵਰ ਐਡੀਸ਼ਨ। ਸੋ ਪੂਰਨ ਸੰਖਿਆਵਾਂ ਦੇ ਗੁਣਾਂ ਤੇ ਚਰਚਾ ਕਰਨ ਤੋਂ ਬਾਅਦ ਪੂਰਨ ਸੰਖਿਆਵਾਂ ਦੀਆਂ ਪ੍ਰੋਪਰਟੀਜ਼ ਨੂੰ ਸਿੱਖਣ ਤੋਂ ਬਾਅਦ ਹੁਣ ਅਸੀਂ ਅਭਿਆਸ 2.2 ਦੇ ਕੁਝ ਸਵਾਲ ਹੱਲ ਕਰਾਂਗੇ। ਠੀਕ ਹੈ, ਤਾਂ ਸਭ ਤੋਂ ਪਹਿਲਾ ਸਵਾਲ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ, ਢੁਕਵੇਂ ਕ੍ਰਮ ਨਾਲ ਜੋੜ ਪਤਾ ਕਰੋ। ਪਹਿਲਾ ਸਵਾਲ ਸਾਡੇ ਕੋਲ ਹੈ 837 ਜਮਾ 208 ਜਮਾ 363। ਦੂਜਾ ਸਵਾਲ ਸਾਡੇ ਕੋਲ ਹੈ 1962 ਜਮਾ 453 ਜਮਾ 1538 ਜਮਾ 647। ਤੋ ਇਹਦੇ ਵਿੱਚ ਕਰਨਾ ਤਾਂ ਅਸੀਂ ਜੋੜ ਹੀ ਹੈ, ਪਰ ਨਾਲ ਸਾਨੂੰ ਜਿਹੜਾ ਲਿਖਿਆ ਹੋਇਆ ਹੈ ਕਿ ਢੁਕਵੇਂ ਕ੍ਰਮ ਨਾਲ ਜੋੜ ਪਤਾ ਕਰੋ, ਉਹਦੇ ਤੇ ਅਸੀਂ ਧਿਆਨ ਦੇਣਾ ਹੈ। ਉਹਦੇ ਲਈ ਇਹਦੇ ਵਿੱਚ ਥੋੜਾ ਜਿਹਾ ਡਿਫਰੈਂਸ ਆਏਗਾ। ਉਹ ਕੀ ਆਏਗਾ ਉਹ ਆਪਾਂ ਉਹਦੇ ਬਾਰੇ ਹੁਣੇ ਗੱਲ ਕਰਦੇ ਹਾਂ। ਠੀਕ ਹੈ ਜੀ, ਤੋ ਪਹਿਲਾਂ ਅਸੀਂ ਇਹ ਸਵਾਲ ਦੇ ਹੱਲ ਦੀ ਗੱਲ ਕਰਦੇ ਹਾਂ। ਪਾਰਟ ਏ, ਤੋ ਇਹਦੇ ਵਿੱਚ ਸਾਡੇ ਕੋਲ ਹੈ 837 ਜਮਾ 208 ਜਮਾ 363। ਠੀਕ ਹੈ, ਤੋ ਵਿਦਿਆਰਥੀਓ ਹੈ ਤਾਂ ਅਸੀਂ ਇਹਨਾਂ ਨੂੰ ਤਿੰਨਾਂ ਨੂੰ ਜੋੜਨਾ ਹੀ, ਪਰ ਜੋੜਨ ਦੇ ਲਈ ਅਸੀਂ ਥੋੜਾ ਜਿਹਾ ਧਿਆਨ ਇਹ ਦੇਣਾ ਕਿ ਅਸੀਂ ਪਹਿਲਾਂ ਕਿਹੜੀ ਸੰਖਿਆ ਨੂੰ ਜੋੜੀਏ ਤਾਂ ਕਿ ਸਾਡੇ ਕੋਲ ਅੱਗੇ ਕੈਲਕੂਲੇਸ਼ਨ ਜਿਹੜੀ ਹੈਗੀ ਆ ਉਹ ਕੁਛ ਨਾ ਕੁਛ ਆਸਾਨ ਈਜ਼ੀ ਹੋ ਜਾਏ। ਠੀਕ ਹੈ, ਉਹਦੇ ਲਈ ਅਸੀਂ ਕੀ ਕਰਾਂਗੇ, ਅਸੀਂ ਸਭ ਤੋਂ ਪਹਿਲਾਂ ਇਹਨਾਂ ਦੇ ਜਿਹੜੇ ਇਕਾਈ ਦੇ ਅੰਕ ਨੇ ਯੂਨਿਟਸ ਪਲੇਸ ਉਹ ਅਸੀਂ ਦੇਖਾਂਗੇ। ਅਸੀਂ ਦੇਖਣਾ ਕਿ ਕੀ ਇਹੋ ਜਿਹੇ ਕੋਈ ਦੋ ਅੰਕ ਸਾਡੇ ਕੋਲ ਇਕਾਈ ਦੇ ਬਣਦੇ ਆ ਜਿਨ੍ਹਾਂ ਨੂੰ ਜੋੜਨ ਤੇ ਸਾਡੇ ਕੋਲ 10 ਪ੍ਰਾਪਤ ਹੁੰਦਾ ਹੋਵੇ। ਤਾਂ ਅਸੀਂ ਦੇਖਦੇ ਹਾਂ 7 ਅਤੇ 3 ਨੂੰ ਜੇਕਰ ਅਸੀਂ ਜੋੜੀਏ ਤਾਂ ਸਾਡੇ ਕੋਲ 10 ਬਣਦਾ ਹੈ। 7 ਤੇ 8 ਨੂੰ ਜੋੜਾਂਗੇ ਤਾਂ ਸਾਡੇ ਕੋਲ 15 ਬਣੇਗਾ, 8 ਤੇ 3 ਨੂੰ ਜੋੜਾਂਗੇ ਤਾਂ 11 ਬਣੇਗਾ। ਤਾਂ ਅਸੀਂ ਇਹ ਕੋਸ਼ਿਸ਼ ਕਰਨੀ ਹੈ ਕਿ ਉਹ ਦੋ ਅਸੀਂ ਇਕਾਈ ਦੇ ਅੰਕ ਲੈਣੇ ਨੇ ਜਿਨ੍ਹਾਂ ਦਾ ਜੋੜ ਸਾਡੇ ਕੋਲ 10 ਬਣਦਾ ਹੋਵੇ, ਉਹਨਾਂ ਨੂੰ ਅਸੀਂ ਪਹਿਲਾਂ ਜੋੜਾਂਗੇ। ਠੀਕ ਹੈ, ਭਾਵ ਕਿ 837 ਨੂੰ ਅਸੀਂ 363 ਦੇ ਨਾਲ ਪਹਿਲਾਂ ਜੋੜਨ ਦੀ ਕੋਸ਼ਿਸ਼ ਕਰਾਂਗੇ। ਉਹਦੇ ਲਈ ਅਸੀਂ ਪਹਿਲੇ ਕੀ ਕਰਨਾ ਹੈ, ਸਭ ਤੋਂ ਪਹਿਲਾਂ ਅਸੀਂ ਇਹਨਾਂ ਦਾ ਕ੍ਰਮ ਜਿਹੜਾ ਉਹ ਚੇਂਜ ਕਰਾਂਗੇ। 363 ਨੂੰ ਅਸੀਂ ਅੰਦਰ ਅੱਗੇ ਲਿਖਾਂਗੇ ਔਰ ਜਿਹੜਾ 208 ਹੈ ਇਹਨੂੰ ਅਸੀਂ ਪਿੱਛੇ ਲੈ ਦਾਂਗੇ। ਇਹਨਾਂ ਦੋਨਾਂ ਦਾ ਕ੍ਰਮ ਜਿਹੜਾ ਆ ਉਹ ਅਸੀਂ ਵਟਾ ਦੇਵਾਂਗੇ। ਤਾਂ ਇਹ ਸਾਡੇ ਕੋਲ ਬਣੇਗਾ 837 ਜਮਾ 363 ਜਮਾ 208। ਠੀਕ ਹੈ ਵਿਦਿਆਰਥੀਓ, ਤਾਂ 837 ਨੂੰ ਪਹਿਲਾਂ ਅਸੀਂ 363 ਦੇ ਨਾਲ ਜੋੜਾਂਗੇ, ਫਿਰ ਉਸ ਤੋਂ ਬਾਅਦ 208 ਉੱਤਰ ਦੇ ਵਿੱਚ ਜੋੜਿਆ ਜਾਏਗਾ। ਠੀਕ ਹੈ, ਪਹਿਲਾਂ 837 ਨੂੰ ਅਸੀਂ 363 ਦੇ ਵਿੱਚ ਜੋੜਦੇ हैं तो 7 3 10 बनेगा, एक हासिल आएगा तो 1 3 4 ਤੇ 6 10 ਫਿਰ ਬਣੇਗਾ, ਫਿਰ ਇੱਕ ਹਾਸਿਲ ਆਏਗਾ 8 ਤੇ 1 9 9 3 12 12 ਬਣੇ। ਸੋ ਇਹ ਸਾਡੇ ਕੋਲ 1200 ਪ੍ਰਾਪਤ ਹੋ ਜਾਂਦਾ ਹੈ। ਠੀਕ ਹੈ, 1200 ਜਮਾ 208 ਤੇ ਹੁਣ 1200 ਦੇ ਵਿੱਚ 208 ਜੋੜਨ ਤੇ ਇਹ ਸਾਡੇ ਕੋਲ 1408 ਬਣ ਜਾਏਗਾ। ਇਹ ਹੀ ਸਾਡੇ ਕੋਲ ਇਸ ਸਵਾਲ ਦਾ ਉੱਤਰ ਹੈ। ਠੀਕ ਹੈ, ਇਸ ਤੋਂ ਬਾਅਦ ਬੀ ਪਾਰਟ ਸਾਡੇ ਕੋਲ ਹੈ 1962 ਜਮਾ 453 ਜਮਾ 1538 ਜਮਾ 647। तो ਇਹਨਾਂ ਵਿੱਚ ਵੀ ਕਰਨਾ ਤਾਂ ਅਸੀਂ ਚਾਰੇ ਸੰਖਿਆਵਾਂ ਦਾ ਜੋੜ ਹੀ ਹੈ, ਪਰ ਸਭ ਤੋਂ ਪਹਿਲਾਂ ਅਸੀਂ ਇਹ ਦੇਖਾਂਗੇ ਕਿ ਕਿਹੜੀ ਸੰਖਿਆ ਨੂੰ ਪਹਿਲਾਂ ਜੋੜਿਆ ਜਾਵੇ। ਇਹਦੇ ਲਈ ਵੀ ਅਸੀਂ ਬਿਲਕੁਲ ਪਿਛਲੇ ਸਵਾਲ ਦੀ ਤਰ੍ਹਾਂ ਸਭ ਤੋਂ ਪਹਿਲਾਂ ਇਹ ਚੈੱਕ ਕਰਾਂਗੇ
ਕਿ ਕਿਸ ਸੰਖਿਆ ਦੇ ਇਕਾਈ ਦੇ ਅੰਕ ਜੋੜਨ ਤੇ ਸਾਡੇ ਕੋਲ 10 ਪ੍ਰਾਪਤ ਹੁੰਦਾ ਹੈ। ਜਿਵੇਂ 2 ਅਤੇ 8 ਨੂੰ ਅਸੀਂ ਅਗਰ ਜੋੜਾਂਗੇ ਤਾਂ ਸਾਡੇ ਕੋਲ 10 ਬਣੇਗਾ, ਔਰ 3 ਅਤੇ 7 ਨੂੰ ਅਗਰ ਅਸੀਂ ਜੋੜਾਂਗੇ ਤਾਂ ਸਾਡੇ ਕੋਲ 10 ਬਣੇਗਾ। ਸੋ ਇਹਦੇ ਵਿੱਚ ਢੁਕਵਾਂ ਕ੍ਰਮ ਸਾਡੇ ਕੋਲ ਇਹੀ ਰਹੇਗਾ ਕਿ ਪਹਿਲਾਂ ਅਸੀਂ 1962 ਅਤੇ 1538 ਨੂੰ ਇਕੱਠੇ ਲਿਖੀਏ, ਫਿਰ ਇਹਨਾਂ ਨੂੰ ਜੋੜੀਏ ਤੇ ਇਹਨਾਂ ਸੰਖਿਆਵਾਂ ਨੂੰ ਆਪਸ ਵਿੱਚ ਜੋੜੀਏ। ਠੀਕ ਹੈ, ਤਾਂ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਕ੍ਰਮ ਵਟਾਵਾਂਗੇ। ਕਿਹੜੀ ਸੰਖਿਆ ਦਾ? 453 ਅਤੇ 1538 ਦਾ ਅਸੀਂ ਕ੍ਰਮ ਜਿਹੜਾ ਹੈ ਉਹ ਚੇਂਜ ਕਰਾਂਗੇ। 1538 ਨੂੰ ਅੱਗੇ ਲਿਖਾਂਗੇ ਔਰ 453 ਨੂੰ ਅਸੀਂ ਪਿੱਛੇ ਲਿਖ ਲਵਾਂਗੇ, ਜਮਾ 647। ਠੀਕ ਹੈ ਵਿਦਿਆਰਥੀਓ, ਤਾਂ ਸਭ ਤੋਂ ਪਹਿਲਾਂ ਅਸੀਂ ਇਹਦੇ 'ਚ ਹੁਣ 1962 ਅਤੇ 1538 ਨੂੰ ਜੋੜਾਂਗੇ ਤੇ ਫਿਰ ਅਸੀਂ 453 ਅਤੇ 647 ਦਾ ਜੋੜ ਕਰਾਂਗੇ। ਠੀਕ ਹੈ ਜੀ। ਸੋ ਵਿਦਿਆਰਥੀਓ 1962 ਅਤੇ 1538 ਨੂੰ ਜੋੜਨ ਤੇ ਸਾਡੇ ਕੋਲ 3500 ਪ੍ਰਾਪਤ ਹੋਵੇਗਾ। ਇਸੇ ਤਰ੍ਹਾਂ 453 ਅਤੇ 647 ਨੂੰ ਜੋੜਨ ਤੇ ਸਾਡੇ ਕੋਲ 1100 ਪ੍ਰਾਪਤ ਹੋਵੇਗਾ। ਔਰ 3500 ਔਰ 1100 ਨੂੰ ਜਦੋਂ ਅਸੀਂ ਜੋੜਾਂਗੇ ਤਾਂ ਬਹੁਤ ਆਸਾਨੀ ਦੇ ਨਾਲ ਅਸੀਂ ਸਿਰਫ 35 'ਚ 11 ਹੀ ਜੋੜਨੇ ਆ। ਠੀਕ ਹੈ, ਤਾਂ ਇਹ ਸਾਡੇ ਕੋਲ 4600 ਬਣ ਜਾਏਗਾ। ਤਾਂ ਇਹ ਅਸੀਂ ਦੇਖਿਆ ਕਿ ਇਹ ਦੋ ਸੰਖਿਆਵਾਂ ਨੂੰ ਪਹਿਲਾਂ ਜੋੜਨ ਤੇ ਸਾਡੇ ਕੋਲ ਜਿਹੜਾ ਅੱਗੇ ਕੈਲਕੂਲੇਸ਼ਨ ਜਿਹੜੀ ਹੈ ਉਹ ਆਸਾਨ ਹੋ ਗਈ। ਸਾਡੇ ਕੋਲ 3500 ਤੇ 1100 ਵਰਗੀਆਂ ਆਸਾਨ ਸਰਲ ਸੰਖਿਆਵਾਂ ਪ੍ਰਾਪਤ ਹੋਈਆਂ, ਜਿਨ੍ਹਾਂ ਨੂੰ ਆਸਾਨੀ ਦੇ ਨਾਲ ਜੋੜ ਕੇ ਅਸੀਂ 4600 ਅੱਗੇ ਆਪਣਾ ਉੱਤਰ ਪ੍ਰਾਪਤ ਕਰ ਲਿਆ। ਠੀਕ ਹੈ, ਤਾਂ ਵਿਦਿਆਰਥੀਓ ਇਹਦੇ ਵਿੱਚ ਮੇਨ ਅਸੀਂ ਕਰਨਾ ਜੋੜ ਹੀ ਸੀਗਾ, ਪਰ ਕ੍ਰਮ ਅਸੀਂ ਧਿਆਨ ਦੇ ਵਿੱਚ ਰੱਖਣਾ ਕਿ ਕਿਵੇਂ ਅਸੀਂ ਕ੍ਰਮ ਨੂੰ ਚੇਂਜ ਕਰਕੇ ਕਿਹੜੀ ਸੰਖਿਆ ਨੂੰ ਪਹਿਲਾਂ ਜੋੜਨਾ ਹੈ ਔਰ ਕਿਹੜੀ ਸੰਖਿਆ ਨੂੰ ਬਾਅਦ ਦੇ ਵਿੱਚ ਜੋੜਨਾ ਹੈ, ਤਾਂ ਕਿ ਸਾਡੀ ਕੈਲਕੂਲੇਸ਼ਨ ਸੌਖੀ ਹੋ ਜਾਏ। ਸੋ ਪਿਆਰੇ ਬੱਚਿਓ, ਅਸੀਂ ਅੱਜ ਦੇ ਲੈਸਨ ਦੇ ਅਖੀਰ ਵੱਲ ਵੱਧ ਰਹੇ ਹਾਂ। तो ਉਹਦੇ ਵਿੱਚ ਦੂਜਾ ਸਵਾਲ ਸਾਡੇ ਕੋਲ ਅਭਿਆਸ 2.2 ਦਾ ਹੈ, ਢੁਕਵੇਂ ਕ੍ਰਮ ਨਾਲ ਗੁਣਨਫਲ ਪਤਾ ਕਰੋ। ਇਹਦੇ ਵਿੱਚ ਸਾਡੇ ਕੋਲ 6 ਪਾਰਟ ਤੁਸੀਂ ਦੇਖ ਸਕਦੇ ਹੋ। 6 ਦੇ 6 ਪਾਰਟ ਜਿਹੜੇ ਆਪਾਂ ਕਰਨੇ ਨੇ, ਉਹਦੇ ਵਿੱਚੋਂ ਕੁਝ ਚੀਜ਼ਾਂ ਜਿਹੜੀਆਂ ਨੁਕਤੇ ਨੇ ਉਹ ਤੁਹਾਨੂੰ ਮੈਂ ਹੁਣ ਦੱਸਾਂਗਾ ਕਿ ਕਿਵੇਂ ਆਪਾਂ ਇਹਨਾਂ ਨੂੰ ਢੁਕਵੇਂ ਕ੍ਰਮ ਦੇ ਨਾਲ ਹੱਲ ਕਰਨਾ ਹੈ। ਠੀਕ ਹੈ, ਹਾਂਜੀ। ਉਹ ਸਭ ਤੋਂ ਪਹਿਲਾਂ ਸਾਡੇ ਕੋਲ ਹੈ 2 × 1768 × 50। ਤਿੰਨ ਸੰਖਿਆਵਾਂ ਨੂੰ ਅਸੀਂ ਗੁਣਾ ਕਰਨਾ ਹੈ। ਅਕਸਰ ਬੱਚੇ ਇਹਦੇ 'ਚ ਗੜਬੜ ਕਰ ਦਿੰਦੇ ਨੇ। ਗੁਣਾ ਕਰਨੀ ਉਹਨਾਂ ਨੇ ਪਹਿਲਾਂ ਸਿੱਖੀ ਹੁੰਦੀ ਹੈ, ਉਹੀ ਗੁਣਾ ਕਰਨੀ ਹੈ, ਤਾਂ ਬੜੀ ਆਸਾਨੀ ਦੇ ਨਾਲ ਉਹ ਨਵੀਂ ਚੀਜ਼ ਨੂੰ ਯਾਦ ਨਹੀਂ ਰੱਖਦੇ ਤੇ ਸਿੱਧੀ ਗੁਣਾ ਕਰ ਦਿੰਦੇ ਨੇ, ਤੇ ਉਹਦਾ ਜਿਹੜਾ ਨੰਬਰ ਹੈ ਸਾਨੂੰ ਉਹ ਪੇਪਰ ਦੇ ਵਿੱਚ ਕਈ ਵਾਰ ਨਹੀਂ ਮਿਲਦਾ। ਤਾਂ ਇਹਦੇ ਵਿੱਚ ਗੁਣਾ ਕਰਨ ਲੱਗੇ ਅਸੀਂ ਕਿਵੇਂ ਢੁਕਵਾਂ ਕ੍ਰਮ ਦੇਖਣਾ ਹੈ। ਤਿੰਨ ਸੰਖਿਆਵਾਂ ਨੇ, ਤਾਂ ਤਿੰਨੋਂ ਸੰਖਿਆਵਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਅਸੀਂ 2 ਸੰਖਿਆਵਾਂ ਉਹ ਦੇਖਣੀਆਂ ਨੇ ਜਿਨ੍ਹਾਂ ਦੀ ਆਪਸ ਦੇ ਵਿੱਚ ਜਿਹੜੀ ਗੁਣਾ ਹੈ। ਗੁਣਾ ਹੋਣ ਤੇ ਸਾਡੇ ਕੋਲ 10, 100, 1000 ਜਾਂ 10000 ਵਰਗੀ ਸੰਖਿਆ ਜਿਹੜੀ ਆ ਉਹ ਬਣਦੀ ਹੋਵੇ। ਠੀਕ ਹੈ, ਤਾਂ 2 ਨੂੰ 1768 ਨਾਲ ਗੁਣਾ ਕਰਨ ਤੇ ਤਾਂ ਇਹੋ ਜਿਹੀ ਕੋਈ ਸੰਖਿਆ ਨਹੀਂ ਸਾਨੂੰ ਲੱਗਦਾ ਬਣਦੀ ਹੋਈ ਹੈ ਨਾ। ਇਸੇ ਤਰ੍ਹਾਂ 1768 ਨੂੰ 50 ਨਾਲ ਗੁਣਾ ਕਰਾਂਗੇ ਤਾਂ ਵੀ ਸਾਡੇ ਕੋਲ ਇਹਨਾਂ 'ਚੋਂ ਕੋਈ ਸੰਖਿਆ ਨਹੀਂ ਬਣ ਰਹੀ। ਪਰ ਅਗਰ ਅਸੀਂ 2 ਨੂੰ 50 ਨਾਲ ਗੁਣਾ ਕਰਦੇ ਹਾਂ ਤਾਂ 2 × 50 ਸਾਡੇ ਕੋਲ 100 ਹੋ ਜਾਂਦਾ ਹੈ। ਸੋ ਭਾਵ ਇਹ 2 ਸੰਖਿਆਵਾਂ ਨੂੰ ਅਸੀਂ ਪਹਿਲਾਂ ਗੁਣਾ ਕਰਨਾ ਹੈ, ਉਸ ਤੋਂ ਬਾਅਦ ਜੋ ਉੱਤਰ ਆਏਗਾ ਉਹਨੂੰ ਅਸੀਂ ਤੀਜੀ ਸੰਖਿਆ ਦੇ ਨਾਲ ਗੁਣਾ ਕਰਾਂਗੇ। ਠੀਕ ਹੈ ਵਿਦਿਆਰਥੀਓ, ਤਾਂ ਅਸੀਂ ਉਹਦੇ ਲਈ ਪਹਿਲਾਂ ਕੀ ਕਰਾਂਗੇ, ਸਾਨੂੰ ਪਤਾ ਹੈ ਕਿ ਗੁਣਾ ਦੇ ਵਿੱਚ ਪੂਰਨ ਸੰਖਿਆਵਾਂ ਜਿਹੜੀਆਂ ਕ੍ਰਮ ਵਟਾ ਸਕਦੀਆਂ ਨੇ, ਇਸ ਲਈ 1768 ਅਤੇ 50 ਦਾ ਅਸੀਂ ਕ੍ਰਮ ਜਿਹੜਾ ਉਹ ਪਹਿਲਾਂ ਤਾਂ ਚੇਂਜ ਕਰਾਂਗੇ, ਬਦਲਾਂਗੇ। ਤਾਂ 2 ਗੁਣਾ ਇੱਥੇ 50 ਆ ਜਾਏਗਾ ਔਰ 50 ਦੀ ਜਗ੍ਹਾ ਤੇ ਸਾਡੇ ਕੋਲ 1768 ਬਣ ਜਾਏਗਾ। ਠੀਕ ਹੈ ਵਿਦਿਆਰਥੀਓ, ਤਾਂ 2 ਨੂੰ 50 ਦੇ ਨਾਲ ਜਦੋਂ ਗੁਣਾ ਕਰਾਂਗੇ ਤਾਂ ਸਾਡੇ ਕੋਲ 100 ਪ੍ਰਾਪਤ ਹੋਏਗਾ। 100 ਨੂੰ ਫਿਰ ਅਸੀਂ 1768 ਨਾਲ ਗੁਣਾ ਕਰਾਂਗੇ ਤਾਂ ਸਾਡੇ ਕੋਲ ਜੋ ਉੱਤਰ ਹੈ ਉਹ 1768 ਨਾਲ 2 ਜ਼ੀਰੋਆਂ ਜਿਹੜੀਆਂ ਆ 1,76,800 ਬਣ ਜਾਏਗਾ। ਠੀਕ ਹੈ ਵਿਦਿਆਰਥੀਓ, ਤਾਂ ਅਸੀਂ ਦੇਖਿਆ ਕਿ ਬਿਨਾਂ ਕਿਸੇ ਜ਼ਿਆਦਾ ਕੈਲਕੂਲੇਸ਼ਨ ਦੇ, ਜ਼ਿਆਦਾ ਵੱਡੀ ਗੁਣਾ ਕਰਨ ਦੇ ਅਸੀਂ ਆਸਾਨੀ ਦੇ ਨਾਲ ਜਿਹੜਾ ਉੱਤਰ ਹੈ ਉਹ ਪ੍ਰਾਪਤ ਕਰ ਲਿਆ। ਇਹ ਕਿਵੇਂ ਸੰਭਵ ਹੋਇਆ? ਇਹ ਢੁਕਵੇਂ ਕ੍ਰਮ ਨਾਲ ਗੁਣਾ ਕਰਨ ਤੇ ਹੀ ਸੰਭਵ ਹੋ ਪਾਇਆ। ਜੇਕਰ ਅਸੀਂ 1768 ਨੂੰ 2 ਨਾਲ ਪਹਿਲਾਂ ਗੁਣਾ ਕਰਦੇ ਜਾਂ ਇਹਨੂੰ ਇਹਦੇ ਨਾਲ ਕਰਦੇ, ਫਿਰ ਸਾਡੇ ਕੋਲ ਜਿਹੜਾ ਇਹਦਾ ਗੁਣਨਫਲ ਉਹ ਥੋੜਾ ਜਿਹਾ ਲੰਬਾ ਹੋ ਜਾਣਾ ਸੀ। ਠੀਕ, ਇਸ ਤੋਂ ਬਾਅਦ ਅਸੀਂ ਇੱਕ ਸਵਾਲ ਹੋਰ ਇਹਦੇ ਵਿੱਚੋਂ ਕਰਾਂਗੇ। ਸੀ ਪਾਰਟ ਅਸੀਂ ਲੈ ਲੈਂਦੇ ਹਾਂ। 8 × 291 × 125। तो ये विचों भी असी देखना है कि किहड़ी संख्या नूं पहलां गुणा करिए ताकि साडे कोल 10, 100, 1000 जां 10000 दे विचों कोई संख्या जिहड़ी ओह बन जाए। 1 ਲੱਖ भी बन सकती है पर एक दे नाल जीरोआं ही आनियां चाहीदियां ने, कोशिश इवें ही करनी है। तो ये 8 ਅਤੇ 125 ਨੂੰ अगर ਅਸੀਂ गुणा करते हाँ तो साडे कोल 8 × 125 1000 बन जाता है। सो असी सब तो पहला 291 ਅਤੇ 125 ਦਾ ਜਿਹੜਾ क्रम है वो असी वटावांगे। ये साडे कोल 8 × 125 × 291 बनेगा। ठीक है, तो 8 ਨੂੰ 125 ਨਾਲ गुणा करन ते ये साडे कोल 1000 बन जाएगा।
ਫਿਰ 1000 ਨੂੰ 291 ਨਾਲ ਗੁਣਾ ਕਰਨੀ ਬੜੀ ਆਸਾਨ ਹੈ। 291 ਦੇ ਨਾਲ 3 ਜ਼ੀਰੋਆਂ ਜਿਹੜੀਆਂ ਉਹ ਲੱਗ ਜਾਣਗੀਆਂ। ਸਾਡੇ ਕੋਲ 2,91,000 ਉੱਤਰ ਜੋ ਹੈ ਉਹ ਪ੍ਰਾਪਤ ਹੋ ਜਾਏਗਾ। ਇਸ ਤੋਂ ਬਾਅਦ ਅਗਲੇ ਸਵਾਲ ਅਸੀਂ ਅਗਲੀ ਵੀਡੀਓ ਦੇ ਵਿੱਚ, ਅਗਲੇ ਵੀਡੀਓ ਲੈਸਨ ਦੇ ਵਿੱਚ ਜ਼ਰੂਰ ਤੁਹਾਡੇ ਲਈ ਲੈ ਕੇ ਆਵਾਂਗੇ। ਉਦੋਂ ਤੱਕ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਦੀ ਪ੍ਰੈਕਟਿਸ ਕਰਨੀ ਹੈ, ਅਭਿਆਸ ਕਰਨੀ ਹੈ। ਅਗਲੇ ਲੈਸਨ ਦੇ ਵਿੱਚ ਫਿਰ ਦੁਬਾਰਾ ਮਿਲਾਂਗੇ। ਉਦੋਂ ਤੱਕ ਸਤਿ ਸ਼੍ਰੀ ਅਕਾਲ।